हाँ जी, नेक्स्ट न्यूमेरिकल थोड़ा 13th न्यूमेरिकल बनना। ठीक है पार्थ जी, समझियो ध्यान ना, डाउट होया तो बोलियो जरूर ते दसियो जरूर। 13th न्यूमेरिकल तो जेडे न्यूमेरिकल अपने शुरू होने बेटा एक बार उन्होंने फॉर्मूले दस दवा, समझ लियो पहलो। एक असी टॉपिक पढ़े इस चैप्टर के अंदर कि जे किसी करंट कैरिंग वायर चो करंट पास करिए और करंट कैरिंग वायर नु तुसी मैग्नेटिक फील्ड दे इन्फ्लुएंस च रखदे हो। मान लो तुसी एज सच इथे मैग्नेटिक फील्ड अप्लाई कीता होवे, ठीक है, ते इस मैग्नेटिक फील्ड च दी प्रेजेंस च ਤੁਹਾਡੀ करंट कैरिंग वायर पई है ਜਿਹੜੀ मैग्नेटिक फील्ड ਦੇ ਨਾਲ थीटा एंगल बना रही है बेटा। ਤੇ ਇਹਦਾ ਫਾਰਮੂਲਾ ਅਸੀਂ ਦੱਸਿਆ ਸੀਗਾ ਕਿ ਵੀ ਐਸ ਸੱਚ ਫੋਰਸ ਦਾ ਫਾਰਮੂਲਾ ਬਣ ਜਾਂਦਾ BIL sin ਥੀਟਾ। ਇਹਨੂੰ ਵੈਕਟਰ ਫਾਰਮ ਚ ਲਿਖੀਏ ਤੇ ਆਪਾਂ ਕਿਹਾ ਸੀ F ਵੈਕਟਰ IL ਵੈਕਟਰ क्रॉस B ਵੈਕਟਰ। क्या आ दो फार्मूले क्लियर है पहलो? यस सर। यस सर। इस तो बाद ਆਪਾਂ ਇੱਕ ਟੌਪਿਕ ਇਹ ਕੀਤਾ ਸੀਗਾ ਕਿ ਵੀ ਜੇ ਦੋ ਕਰੰਟ ਕੈਰਿੰਗ ਵਾਇਰਸ ਆ ਜਾਣ, ਜੇ ਦੋ ਕਰੰਟ ਕੈਰਿੰਗ ਵਾਇਰਸ ਆ ਜਾਣ ਦੋਨਾਂ ਚ ਸੇਮ ਡਾਇਰੈਕਸ਼ਨ ਚ ਜਾਂ ਆਪੋਜ਼ਿਟ ਡਾਇਰੈਕਸ਼ਨ ਚ ਕਰੰਟ ਫਲੋ ਕਰੇ, ਅਸੀਂ ਕਿਹਾ ਸੀ ਜਦੋਂ ਸੇਮ ਡਾਇਰੈਕਸ਼ਨ ਚ ਕਰੰਟ ਆ ਤੇ ਇਹ ਇੱਕ ਦੂਜੇ ਨੂੰ ਅਟਰੈਕਟ, ਤੇ ਜੇ ਆਪੋਜ਼ਿਟ ਡਾਇਰੈਕਸ਼ਨ ਚ ਕਰੰਟ ਤੇ ਇੱਕ ਦੂਸਰੇ ਨੂੰ ਰਿਪੈਲ ਕਰਦੇ ਆ। ਠੀਕ ਆ, ਤੇ ਇਹਨਾਂ ਚ ਅਟਰੈਕਟਿਵ ਜਾਂ ਰਿਪਲਸਿਵ ਫੋਰਸ ਦਾ ਫਾਰਮੂਲਾ ਸੀਗਾ μ0/4 ਪਾਈ 2I1 I2 ਬਾਈ ਕਿੰਨਾ ਜੀ R। R ਸੀਗਾ ਤੁਹਾਡੇ ਕੋਲ ਜਿਹੜਾ परपेंडिकुलर डिस्टेंस बिटवीन द टू पैरेलल वायर्स, ठीक है, और दोनों वायर च करंट ਤੁਹਾਡਾ I1 ਤੇ I2 गिवन है। क्लियर है फार्मूला? यस सर। यस सर। एक चीज ਦਾ ਧਿਆਨ ਰੱਖ ਲਿਓ, ਇੱਥੇ ਜਿਹੜਾ F ਸਿੰਬਲ ਸੀਗਾ ਇਹ ਫੋਰਸ ਪਰ ਯੂਨਿਟ ਲੈਂਥ ਵਾਸਤੇ ਸੀਗਾ ਕਿ ਵੀ ਜੇ ਐਸਐਚ ਆਪਾਂ ਫਰਸਟ ਕੰਡਕਟਰ ਦੀ ਸੈਕਿੰਡ ਤੇ ਜਾਂ ਸੈਕਿੰਡ ਦੀ ਫਰਸਟ ਕੰਡਕਟਰ ਤੇ ਫੋਰਸ ਕੱਢਣੀ ਹੋਵੇ ਤੇ ਉਸ ਮੂਮੈਂਟ ਤੇ ਅਸੀਂ ਕੰਡਕਟਰ ਦੀ ਯੂਨਿਟ ਲੈਂਥ ਲੈ ਕੇ, ਕੰਡਕਟਰ ਦੀ 1 ਯੂਨਿਟ ਲੈਂਥ ਲੈ ਕੇ ਉਹਦੀ ਫੋਰਸ ਆ ਕੱਢਦੇ ਪਏ ਆ। ਤੇ ਜੇ ਮੰਨ ਲਓ ਪੂਰੇ ਕੰਡਕਟਰ ਤੇ ਕੱਢਣੀ ਹੋਵੇ ਕਿੰਨੀ ਫੋਰਸ ਲੱਗੇਗੀ ਤੇ ਇਨਟੂ ਲੈਂਥ ਆਫ ਕੰਡਕਟਰ ਹੋਰ ਆ ਜਾਏਗਾ। क्या ਇੰਨੀ ਗੱਲ ਕਲੀਅਰ ਆ? यस सर। यस सर। चलो इस तो बाद अपने को आया सीगा फिर जेड़ा एसएच टॉपिक सीगा टॉर्क एक्टिंग ऑन ए करंट कैरिंग कॉइल प्लेस्ड इन मैग्नेटिक। ठीक है, जेदे च ਆਪਾਂ ਇਹ ਕਿਹਾ ਸੀਗਾ ਕਿ ਜੇ ਕੋਈ ਕਰੰਟ ਕੈਰਿੰਗ, ਜੇ ਤੁਸੀਂ ਕਿਸੇ ਕਰੰਟ ਕੈਰਿੰਗ ਕॉइल ਨੂੰ ਮੈਗਨੈਟਿਕ ਫੀਲਡ ਦੇ ਇਨਫਲੂਐਂਸ ਰੱਖਦੇ ਹੋ ਤਾਂ ਅਸੀਂ ਕਿਹਾ ਸੀ ਇਸ ਕਰੰਟ ਕੈਰਿੰਗ ਕॉइल ਦੀ ਹਰ ਆਰਮ ਤੇ ਫੋਰਸ ਲੱਗਦੀ ਆ ਜਿਹਦੇ ਕਰਕੇ ਕॉइल ਦੇ ਵਿੱਚ ਟਰਨਿੰਗ ਇਫੈਕਟ ਆਉਂਦਾ। ਤੇ ਇਹਦਾ ਟਾਰਕ ਦਾ ਫਾਰਮੂਲਾ ਸੀਗਾ NIAB sin alpha। ਟਾਰਕ ਦਾ ਫਾਰਮੂਲਾ NIAB sin alpha। alpha ਧਿਆਨ ਨਾਲ ਸਮਝਣ ਵਾਲਾ ਸੀਗਾ, ਐਂਗਲ ਦੱਸਿਆ ਵੀ ਸੀਗਾ। alpha ਸੀਗਾ ਕਿ ਜੇ ਤੁਸੀਂ ਕੋਇਲ ਦੇ ਪਲੇਨ ਦੇ ਇੱਕ ਪਰਪੈਂਡੀਕੂਲਰ ਡਰਾ ਕਰ ਲਓ, ਕੋਇਲ ਦਾ ਜਿਹੜਾ ਪਲੇਨ ਹੋਏਗਾ ਉਹਦੇ ਤੇ ਇੱਕ ਪਰਪੈਂਡੀਕੂਲਰ ਡਰਾ ਕਰ ਲਵਾਂ, ਇਹਨੇ ਮੈਗਨੈਟਿਕ ਫੀਲਡ ਲਾਈਨ ਦੇ ਨਾਲ ਜਿਹੜਾ ਐਂਗਲ ਬਣਾਣਾ, ਜਿਹੜਾ ਕੋਇਲ ਤੇ ਪਰਪੈਂਡੀਕੂਲਰ ਡਰਾ ਕੀਤਾ ਤੇ ਜਿਹੜੀ ਮੇਰੇ ਕੋਲ ਮੈਗਨੈਟਿਕ ਫੀਲਡ ਆ ਇਹਨਾਂ ਦੋ ਦੇ ਵਿੱਚ ਜਿਹੜਾ ਐਂਗਲ ਆ ਇਹਨੂੰ ਅਸੀਂ ਐਲਫਾ ਕਿਹਾ ਸੀ। ਮੈਗਨੈਟਿਕ ਫੀਲਡ ਲਾਈਨ ਨੇ ਕੋਇਲ ਦੇ ਪਲੇਨ ਦੇ ਨਾਲ ਜਿਹੜਾ ਇੱਥੇ ਐਂਗਲ ਬਣਾਣਾ, ਆ ਥਾਂ ਤੇ ਜਿਹੜਾ ਐਂਗਲ ਆ ਮੈਗਨੈਟਿਕ ਫੀਲਡ ਦਾ ਕੋਇਲ ਦੇ ਪਲੇਨ ਨਾਲ ਇਹ ਥੀਟਾ ਸੀ, ਮੈਗਨੈਟਿਕ ਫੀਲਡ ਦਾ ਨਾਰਮਲ ਦੇ ਨਾਲ ਜਿਹੜਾ ਐਂਗਲ ਇਹ ਐਲਫਾ ਸੀ, ਮਿਲਾ ਕੇ ਇਹ ਪੂਰਾ ਐਂਗਲ ਮੇਰੇ ਕੋਲ 90 ਡਿਗਰੀ ਸੀ। क्या ਇੰਨੀ ਗੱਲ ਸਮਝ ਲੱਗਦੀ ਪਈ? यस सर। यस सर। चल ਤੇ ਇਸੇ ਤੋਂ ਬਾਅਦ ਅਸੀਂ ਟੌਪਿਕ ਕੀਤਾ ਸੀਗਾ ਐਸਐਚ ਗਲਵੈਨੋਮੀਟਰ ਵਾਲਾ, ਉਹਦੇ ਫਾਰਮੂਲੇ ਇਸ ਤੋਂ ਥੋੜੀ ਦੇਰ ਬਾਅਦ ਚੱਲਦੇ ਲੈ ਕੇ ਪਹਿਲਾਂ ਇਹਨਾਂ ਟੌਪਿਕਸ ਨਾਲ ਰਿਲੇਟਡ ਨਿਊਮੈਰੀਕਲ ਲਵਾਂਗਾ। ਇਹ ਚ 13th ਨਿਊਮੈਰੀਕਲ ਹੈਗਾ, ਸਟੇਟਮੈਂਟ ਧਿਆਨ ਨਾਲ ਸਮਝ ਕੇ ਚੱਲਿਓ ਬੇਟਾ। ਉਹਨੇ 13 ਚ ਕਿਹਾ ਅ ਸਟ੍ਰੇਟ ਵਾਇਰ ਆਫ ਮਾਸ 200 ਗ੍ਰਾਮ ਐਂਡ ਲੈਂਥ 1.5 ਮੀਟਰ ਕੈਰੀ ਅ ਕਰੰਟ ਆਫ 2 ਐਂਪੀਅਰ। It is suspended in air. It is suspended in air by a uniform magnetic field B. What is the magnetic field? What is the magnitude of magnetic field? फिर रिपीट कर रहे हैं, यही क्वेश्चन सेम MCQ बनना वा बेटा। ठीक है ना, चार आंसर देके उन्हें क्वेश्चन यही देना, इन्हों MCQ बना लेना, इसलिए थोड़ा जिहा ध्यान समझ लो। उन्हें क्वेश्चन च क्या कि एक वायर गिवन आ पेन मेरे को एक वायर बन गई, ਇਹਦਾ मास देता 200 ग्राम आ,
ਇਹਦੀ ਲੈਂਥ ਦੇਤੀ 1.5 ਮੀਟਰ ਆ, ਇਹ ਚ ਕਰੰਟ ਮੈਨੂੰ ਦੱਸਦਾ 2 ਐਂਪੀਅਰ। ਇਹਨੂੰ ਵਾਇਰ ਨੂੰ ਉਹਨੇ 에ਅਰ ਚ ਸਸਪੈਂਡ ਕੀਤਾ ਹੋਇਆ ਅੰਡਰ ਦਾ ਇਨਫਲੂਐਂਸ ਆਫ ਯੂਨੀਫਾਰਮ ਮੈਗਨੈਟਿਕ ਫੀਲਡ। ਉਹ ਕਹਿੰਦਾ ਕਿੰਨਾ ਮੈਗਨੈਟਿਕ ਫੀਲਡ ਲਗਾਵਾਂ, ਠੀਕ ਹੈ, ਇਸ ਵਾਇਰ ਦੇ ਅਕ੍ਰੋਸ ਕਿੰਨਾ ਮੈਗਨੈਟਿਕ ਫੀਲਡ ਲਗਾਵਾਂ ਕਿ ਇਹ ਵਾਇਰ 에ਅਰ ਚ ਸਸਪੈਂਡਡ ਫਾਰਮ ਚ ਆਵੇ। ਕੀ ਸੋਚਾਂਗੇ ਇਸ ਨਿਊਮੈਰੀਕਲ ਨੂੰ ਜੇ ਆਪਾਂ ਕਰਨਾ ਤੇ ਆਪਣੇ ਵੇਰੀਏਬਲ ਲਿਖ ਰਹੇ ਹਾਂ, ਕਿਹੜੇ ਕਿਹੜੇ ਮੈਥਡ ਤੁਸੀਂ ਦੋਗੇ 13th ਨਿਊਮੈਰੀਕਲ ਦੇ ਅੰਦਰ। ਫਸਟ ਵੇਰੀਏਬਲ ਹੈਗਾ ਮਾਸ ਆਫ ਵਾਇਰ 200 into 10 raised to power -3 ਕਿਲੋਗ੍ਰਾਮ। ਸੈਕੰਡ ਵੇਰੀਏਬਲ ਆਪਣੇ ਕੋਲ ਲੈਂਥ ਆਫ ਦਾ ਵਾਇਰ ਆ 1.5 ਮੀਟਰ। ਕਰੰਟ ਦੀ ਵੈਲਿਊ ਆਪਣੇ ਕੋਲ ਗਿਵਨ ਹੈ 2 ਐਂਪੀਅਰ। ਤੇ ਪੁੱਤ ਮੈਗਨੈਟਿਕ ਫੀਲਡ ਦੀ ਸਟਰੈਂਥ ਅਸੀਂ ਕੈਲਕੂਲੇਟ ਕਰਨੀ ਹੈ। ਕੋਈ ਬੋਲੇਗਾ ਕੀ ਮੈਥਡ ਲਗਾ ਕੇ ਚਲਿਏ? Sir, mass of wire is equals to force due to magnetic field. ਦੁਬਾਰਾ ਬੋਲੋ। Sir, mass of wire ਹਾਂ, mg is equals to force due to magnetic field I into L cross B. weight ਆਏਗਾ, ਮਾਸ ਨਹੀਂ ਆਇਆ। ਜਿਹੜਾ ਵਾਇਰ ਦਾ ਮਾਸ ਆ, ਮਾਸ ਕਰਕੇ ਵਾਇਰ ਦਾ weight ਹੋਏਗਾ। ਤੇ ਪੁੱਤ ਉਹਨੇ ਇਹ ਕਿਹਾ ਕਿ ਆਪਣੇ weight ਕਰਕੇ ਥੱਲੇ ਡਿੱਗਣੀ ਸੀ, ਪਰ ਜੇ ਇਹ ਸਸਪੈਂਡਡ ਆ, ਹਵਾ 'ਚ ਲਟਕਦੀ ਪਈ ਆ ਤਾਰ, ਤੇ ਇਹਦਾ ਮਤਲਬ ਆ ਮੈਗਨੈਟਿਕ ਫੀਲਡ ਦੇ ਕਰਕੇ ਜਿਹੜੀ ਮੈਗਨੈਟਿਕ ਫੋਰਸ ਲੱਗੇਗੀ, ਮੈਗਨੈਟਿਕ ਫੀਲਡ ਦੇ ਕਰਕੇ ਜਿਹੜੀ ਮੈਗਨੈਟਿਕ ਫੋਰਸ ਹੋਏਗੀ ਉਹ ਇਹਦੇ ਹਮੇਸ਼ਾ ਉੱਪਰ ਨੂੰ ਲੱਗੇ, ਇਹਦੇ ਆਪਣੇ weight ਕਰਕੇ ਥੱਲੇ ਜਾਣਾ। ਪਰ ਜੇ ਇਹ ਐਸ ਸੱਚ ਮੈਨੂੰ ਪੁੱਛਿਆ ਉਹਨੇ ਮੈਗਨੈਟਿਕ ਫੀਲਡ ਆ, ਜੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਪੁੱਛੇ ਉਹ ਵੀ ਦੱਸਣੀ ਪਏਗੀ, ਠੀਕ ਹੈ। ਤੇ ਅਸੀਂ ਇਹ ਕਿਤੇ ਨਹੀਂ ਕਵਾਂਗੇ ਮੈਗਨੈਟਿਕ ਫੀਲਡ ਉੱਪਰ ਨੂੰ ਲੱਗੇਗਾ, ਮੈਗਨੈਟਿਕ ਫੀਲਡ ਨਹੀਂ ਉੱਪਰ ਨੂੰ ਲੱਗੇ। ਮੈਗਨੈਟਿਕ ਫੀਲਡ ਕਿਸੇ ਡਾਇਰੈਕਸ਼ਨ 'ਚ ਇਦਾਂ ਲੱਗੇ ਕਿ ਵੀ ਉਸ ਮੈਗਨੈਟਿਕ ਫੀਲਡ ਦੀ ਇਸ ਕਰੰਟ ਕੈਰਿੰਗ ਵਾਇਰ ਤੇ ਮੈਗਨੈਟਿਕ ਫੋਰਸ ਜਿਹੜੀ ਆ ਉਹ ਉੱਪਰ ਨੂੰ ਬਣੇ, ਤਾਂ ਕਿ ਇਹਦਾ weight ਤੇ ਉਹ ਮੈਗਨੈਟਿਕ ਫੋਰਸਿਸ ਉਹ ਇੱਕ ਦੂਜੇ ਨਾਲ ਬੈਲੈਂਸ ਹੋ ਜੇ। ਕਿ ਆ ਗੱਲ ਸਮਝ ਲੱਗਦੀ ਪਈ? Yes, sir. Yes, sir. Yes, sir. ਕੁਐਸਚਨ ਨੂੰ ਫਿਗਰ ਵਾਈਜ਼ ਲਵਾਂ ਤੇ ਫਿਗਰ ਵਾਈਜ਼ ਆ ਹੋ ਗਿਆ ਕਿ ਇਸ ਵਾਇਰ ਚੋਂ ਮੰਨ ਲਓ ਕਰੰਟ ਪਾਸ ਹੋ ਰਿਹਾ 2 ਐਂਪੀਅਰ ਤੇ ਇਹਦਾ weight ਜਿਹੜਾ ਵਾ ਉਹ ਡਾਊਨਵਰਡ ਲਾਈ ਕਰਦਾ ਪਿਆ, ਤੇ ਇਹਦੇ ਤੇ ਮੈਗਨੈਟਿਕ ਫੋਰਸ ਜਿਹੜੀ ਹੋਏਗੀ ਇਟ ਸ਼ੁੱਡ ਬੈਲੈਂਸ ਦਾ ਕਹਿੰਦਾ ਜੀ weight ਆਫ ਦਾ ਵਾਇਰ। ਹੁਣ ਮੈਗਨੈਟਿਕ ਫੀਲਡ, ਹੁਣ ਇਹ ਤੋਂ ਗੱਲ ਇਦਾਂ ਬਣਾ ਰਿਹਾ ਕਿ ਜੇ ਮੈਂ ਇੱਥੇ ਫੋਰਸ ਕੱਢਣੀ ਆ ਬੇਟਾ, ਹੁਣ ਆ ਮੇਰੀ ਵਾਇਰ ਆ ਬੱਚੇ, ਜਿਹੜੀ ਆਪਣੇ ਕੋਲ ਆ ਫਿੰਗਰ ਆਂਦੀ ਇਹ ਮੇਰੇ ਕੋਲ ਵਾਇਰ ਬਣਦੀ, ਆ ਮੇਰਾ ਮੈਗਨੈਟਿਕ ਫੀਲਡ। ਹੁਣ ਜਿਹੜੀ ਆ ਵਾ ਇਹ ਫੋਰਸ ਆ, ਤੇ ਮੈਨੂੰ ਇਸ ਵੇਲੇ ਆ ਚਾਹੀਦਾ ਕਿ ਜੇ ਇਸ ਵਾਇਰ ਦਾ weight ਡਾਊਨਵਰਡ ਆ, ਹਨਾ, ਜੇ ਇਸ ਵਾਇਰ ਦਾ weight ਡਾਊਨਵਰਡ ਆ ਮੈਗਨੈਟਿਕ ਫੋਰਸ ਉੱਪਰ ਨੂੰ, ਤੇ ਐਸ ਸੱਚ ਹੀ ਜੇ ਮੈਂ ਫਿਗਰ ਲਵਾਂ ਕਿ ਵੀ ਮੇਰੇ ਕੋਲ ਆ ਕੰਡਕਟਰ ਚ ਕਰੰਟ ਜਿਹੜਾ ਇਸ ਸਾਈਡ ਨੂੰ ਫਲੋ ਕਰਦਾ, ਮੈਗਨੈਟਿਕ ਫੀਲਡ ਇਸ ਵਾਇਰ ਦੇ ਇਸ ਵੇਲੇ ਪਰਪੈਂਡੀਕੂਲਰ ਆ ਤੇ ਇਨਵਰਡ ਆ। ਇਸ ਵਾਇਰ ਦੇ ਮੈਗਨੈਟਿਕ ਫੀਲਡ ਜਿਹੜਾ ਆ ਫਿੰਗਰ ਮੇਰੀ ਮੈਗਨੈਟਿਕ ਫੀਲਡ ਆ, ਇਹ ਇਸ ਵੇਲੇ ਇਸ ਵਾਇਰ ਤੇ ਮੈਗਨੈਟਿਕ ਫੀਲਡ ਪਰਪੈਂਡੀਕੂਲਰ ਲੱਗੇ ਤੇ ਇਨਵਰਡ ਲੱਗੇ, ਫਿਰ ਇਸ ਵਾਇਰ ਤੇ ਜਿਹੜੀ ਫੋਰਸ ਆ ਮੈਗਨੈਟਿਕ ਫੋਰਸ ਉਹ ਉੱਪਰ ਨੂੰ ਲਾਈ ਕਰੂਗੀ। Yes, sir. Yes, sir. Yes, sir. ਮਤਲਬ ਜੇ ਮੈਨੂੰ ਇਹ ਪੁੱਛ ਲਿਆ ਜਾਵੇ ਕਿ ਵੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕੀ ਆ, ਤੇ ਮੈਂ ਇਹ ਕਹੂੰਗਾ ਮੈਗਨੈਟਿਕ ਫੀਲਡ ਇਸ ਵਾਇਰ ਦੇ ਪਰਪੈਂਡੀਕੂਲਰ, ਯਾਨੀ ਆ ਚੀਜ਼ ਮੈਗਨੈਟਿਕ ਫੀਲਡ ਇਸ ਵਾਇਰ ਦੇ ਪਰਪੈਂਡੀਕੂਲਰ ਤੇ ਇਹਦੇ ਇਨਵਰਡ ਡਾਇਰੈਕਸ਼ਨ ਚ ਆਵੇ, ਉਸ ਵੇਲੇ ਫਿਰ ਜਿਹੜੀ ਫੋਰਸ ਹੋਏਗੀ ਉਹ ਇਸ ਵਾਇਰ ਦੇ ਐਸ ਸੱਚ ਪਰਪੈਂਡੀਕੂਲਰ ਡਾਇਰੈਕਸ਼ਨ ਚ ਅਪਵਰਡ ਨਿਕਲੇਗੀ, ਉਹ ਇਹਦੇ weight ਨੂੰ ਕਹਿੰਦਾ ਜੀ ਬੈਲੈਂਸ ਕਰੇਗੀ। ਹੁਣ ਜੇ ਮੈਥਮੈਟਿਕਲੀ ਲਿਖਦੀ ਹੈ ਤੇ ਅਕੋਰਡਿੰਗ ਟੂ ਕੁਐਸਚਨ ਆਪਣੇ ਕੋਲ ਨੇ ਆ ਕਿਹਾ ਇੱਕ ਪਾਸੇ ਐਫ ਐਮ ਜੀ ਦੇ ਇਕੁਅਲ ਆ ਤੇ ਇੱਕ ਪਾਸੇ ਐਫ ਜਿਹੜਾ ਬੀ ਆਈ ਐਲ ਸਾਈਨ 90 ਦੇ ਇਕੁਅਲ ਆ ਜਾਏਗਾ, ਕਿਉਂਕਿ ਕਰੰਟ ਕੰਡਕਟਰ ਜਿਹੜਾ ਮੇਰੇ ਕੋਲ ਆਈ ਐਲ ਵੈਕਟਰ ਬਣਿਆ ਤੇ ਜਿਹੜਾ ਮੈਗਨੈਟਿਕ ਫੀਲਡ ਆ ਇਹ ਇੱਕ ਦੂਜੇ ਦੇ ਪਰਪੈਂਡੀਕੂਲਰ ਆਂਦੇ ਪਏ, ਇਸ ਲਈ ਆ ਐਂਗਲ 90 ਨਾ ਆ ਜਾਏਗਾ। ਕਿਆ ਇੰਨੀ ਗੱਲ ਕਲੀਅਰ ਹੈ? Yes, sir. Yes, sir. ਚਲੋ ਇਹ ਤੋਂ ਫਿਰ ਬੀ ਕੱਢ ਦਿਓ, ਆਪਣਾ ਬੀ ਦਾ ਫਾਰਮੂਲਾ ਆਪਣੇ ਕੋਲ ਆ ਜਾਏਗਾ mg/i/l, ਇਹ ਅਪਲਾਈ ਕਰ ਦੋ ਤੇ ਆਪਣੇ ਕੋਲ ਮੈਗਨੈਟਿਕ ਦੀ ਸਟਰੈਂਥ ਆ ਜਾਏਗੀ। ਕਿਆ ਨੂਮੈਰਿਕਲ ਸਮਝ ਲੱਗਿਆ? Yes, sir. Yes, sir. ਨੈਕਸਟ ਹੈਗਾ 14th ਨੂਮੈਰਿਕਲ, ਠੀਕ ਹੈ। ਸਟੇਟਮੈਂਟ ਇੱਕ ਵਾਰੀ ਪੜੋ ਫਿਰ ਸ਼ੁਰੂ ਕਰ ਰਿਹਾ ਉਹਨੂੰ ਮੈਂ, ਪਹਿਲਾਂ ਮੈਂ ਸਟੇਟਮੈਂਟ ਪੁੱਛਣੀ ਆ ਉਹਦੀ, ਜਲਦੀ 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 ਪढ़ लो जी।
ਵਾਰੀ ਲੱਗਣੀ ਕਿਸੇ ਦੀ ਵੀ? पढ़ लिया? यस सर। चलो वॉलंटियर कौन बनूगा स्टेटमेंट एक्सप्लेन करने ਲਈ? अपने आप। एक तो जो ना पुछन का मैं कहना ते एक दो जाने तो पक्का लीव कर जाते मुड़ के दोबारा रीजॉइन कर लेंगे। क्वेश्चन उन्हें क्या स्टेटमेंट मैं बोल रहा वेरिएबल तुसी दसोगे। क्वेश्चन च उन्हें क्या कि हॉरिजॉन्टल कंपोनेंट ऑफ अर्थ मैग्नेटिक फील्ड यानी असी ये मानते हैं कि अर्थ अपने आप च मैगनेट आ ते अर्थ का जिहड़ा मैग्नेटिक फील्ड होएगा ओनू जे मैं वर्टिकल ते हॉरिजॉन्टल दो कंपोनेंट च स्प्लिट कर लवां ते अर्थ का जिहड़ा मैग्नेटिक फील्ड दा हॉरिजॉन्टल कंपोनेंट है ना किसी प्लेस ते ओदी वैल्यू 3 × 10⁻⁻5 टेस्ला। ठीक है। एंड डायरेक्शन ऑफ फील्ड एंड डायरेक्शन ऑफ दिस मैग्नेटिक फील्ड इज फ्रॉम ज्योग्राफिकल साउथ टू ज्योग्राफिकल नॉर्थ। बेटा अगले चैप्टर च जाके ये टर्म प्रॉपर वे ना एक्सप्लेन करांगे। हजे सिर्फ इन्ना लै रहे हैं कि जिधर नूं साडा ज्योग्राफिकल साउथ पोल आ उधर साडी अर्थ दी मैगनेट दा नॉर्थ पोल आ क्योंकि मैग्नेटिक फील्ड दी डायरेक्शन जिहड़ी आ वो हमेशा नॉर्थ टू साउथ लईदी है। मैग्नेटिक फील्ड नॉर्थ टू साउथ हुंदा ते अर्थ दी मैगनेट दा जिहड़ा नॉर्थ पोल आ जिधर अर्थ दी ज्योग्राफिक साउथ पोल है ना उस पासे लाई करदा। जो मैं कहना पे एक बार इहनूं दस दवां आ चीज इदां कह रहा कि जे आ अर्थ असीं मान के चलीए ते आ असीं कहिए अर्थ दे मेरे कोल जिहड़ी डिफरेंट डायरेक्शंस ने आ साउथ आ गया आ नॉर्थ आ गया ते जे अर्थ एक मैगनेट की तरह बिहेव करती है असीं मान लेने अर्थ के अंदर एक बार मैगनेट पई है ਤੇ ਜਿਹੜੀ अर्थ ਦੀ ਬਾਰ ਮੈਗਨੇਟ ਆ ਜੇ ਉਹਨੂੰ ਮੈਂ ਇੱਥੇ ਇਦਾਂ ਕਰਕੇ ਡਰਾ ਕਰ ਲਵਾਂ ਬੇਸਿਕਲੀ ਇਹ ਐਗਜ਼ੈਕਟ ਫਿਗਰ ਨਹੀਂ ਹੋਏਗੀ ਜੋ ਮੈਂ ਬਣਾ ਰਿਹਾ ਜਦੋਂ ਅਗਲੇ ਚੈਪਟਰ ਕਰਾਂਗੇ ਫਿਰ ਜਾ ਕੇ ਇਹਨੂੰ ਪ੍ਰੋਪਰ ਕਰ ਦਾਂਗਾ। ਇਸ ਵੇਲੇ ਸਿਰਫ ਇਹ ਲੈ ਰਿਹਾ ਜਿੱਧਰ ਨੂੰ अर्थ ਦਾ ਜਿਓਗ੍ਰਾਫਿਕ ਨਾਰਥ ਪੋਲ ਹੈ ਨਾ ਇਧਰ ਨੂੰ अर्थ ਦੀ ਮੈਗਨੇਟ ਦਾ ਸਾਊਥ ਪੋਲ ਆ ਤੇ ਇਸ ਸਾਈਡ ਨੂੰ अर्थ ਦੀ ਮੈਗਨੇਟ ਦਾ ਨਾਰਥ ਪੋਲ ਆ। ਆ ਗੱਲ ਸਮਝ ਲੱਗੀ? Yes, sir. Yes Yes, sir। sir. ਇੱਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਆ ਹਨਾ ਉਹ ਅਸੀਂ ਨਾਰਥ ਟੂ ਸਾਊਥ ਲੈਨੇ ਆ। ਇਹਦਾ ਮਤਲਬ ਅਸਲ ਚ ਜਦੋਂ ਨੇ ਇਹ ਕਿਹਾ ਜਿਓਗ੍ਰਾਫਿਕ ਸਾਊਥ ਟੂ ਜਿਓਗ੍ਰਾਫਿਕ ਨਾਰਥ ਉਹ ਸਿਰਫ ਆਪਣੇ ਕੋਲ ਡਾਇਰੈਕਸ਼ਨ ਆ ਮੈਗਨੈਟਿਕ ਫਾਰਮ ਚ ਨਾ ਦੱਸ ਕੇ ਜਿਓਗ੍ਰਾਫਿਕ ਫਾਰਮ ਚ ਕਹਿ ਰਿਹਾ ਤੇ ਮੈਗਨੈਟਿਕ ਫਾਰਮ ਚੋਂ ਡਾਇਰੈਕਸ਼ਨ ਹੁਣ ਵੀ ਨਾਰਥ ਟੂ ਸਾਊਥ ਹੀ ਦੱਸੀ ਉਹਨੇ ਮੈਨੂੰ। ਆ ਗੱਲ ਸਮਝ ਲੱਗੀ? Yes, sir. Yes, sir. डायरेक्शन दे अंदर इस डायरेक्शन दे अंदर अर्थ दा मैग्नेटिक फील्ड लाई करदा पिया ते अर्थ दे मैग्नेटिक फील्ड दी वैल्यू अपने न्यूमेरिकल च जेहड़ी आ वो गिवन आ 3 × 10⁻⁻5 टेस्ला। क्या बी क्लियर है सब तो पहलों? यस सर। Yes, sir. उस तो बाद अगली लाइन चोने की क्या अ वेरी लॉन्ग स्ट्रेट कंडक्टर इज कैरिंग ए स्टेडी करंट ऑफ 1 एम्पीयर। अ लॉन्ग कंडक्टर आ गया मेरे को जिस 1 एम्पीयर दा करंट आ। What is the force per unit length? What is the force per unit length on it when it is placed on a horizontal table and direction of current is from east to west and from south to north? ਹੁਣ ਪੁੱਤ ਜਿਹੜਾ ਉਹਨੇ ਕਰੰਟ ਕੈਰਿੰਗ ਵਾਇਰ ਆ ਪੈਨ ਮੇਰਾ ਕਰੰਟ ਕੈਰਿੰਗ ਵਾਇਰ ਆ ਹਨਾ ਆ ਜੇ ਮੇਰੇ ਜਿਓਗ੍ਰਾਫਿਕ ਈਸਟ ਤੇ ਆ ਜਿਓਗ੍ਰਾਫਿਕ ਵੈਸਟ ਆ ਇੱਕ ਵਾਰੀ ਕੰਡਕਟਰ ਉਹਨੇ ਈਸਟ ਵੈਸਟ ਡਾਇਰੈਕਸ਼ਨ ਚ ਰੱਖਿਆ ਜਦੋਂ ਕਰੰਟ ਪਾਸ ਹੋਏਗਾ ਦੂਜੀ ਵਾਰੀ ਉਹਨੇ ਜਿਹੜਾ ਐਸਐਚ ਕੰਡਕਟਰ ਆ ਉਹ ਨਾਰਥ ਸਾਊਥ ਡਾਇਰੈਕਸ਼ਨ ਚ ਰੱਖਿਆ ਤੇ ਉਹਨੇ ਦੋਨੋਂ ਵਾਰੀ ਆਪਾਂ ਨੂੰ ਪੁੱਛੀ ਫੋਰਸ ਪਰ ਯੂਨਿਟ ਲੈਂਥ ਕਿੰਨੀ ਆ। ਕਿਆ ਵੇਰੀਏਬਲ ਸਮਝ ਲੱਗੇ ਪਹਿਲਾਂ? Yes, sir. Yes, sir. Yes, sir. ਆਇਰ ਚ ਜਿਹੜਾ ਕਰੰਟ ਗਿਵਨ ਆ ਕਰੰਟ ਆਪਣਾ 1 ਐਂਪੀਅਰ ਆ ਹੈਨਾ। ਹੁਣ ਉਹਨੇ ਆਪਣੇ ਕੋਲ ਐਸਐਚ ਲੈ ਕੇ ਚੱਲਾ ਤੇ ਫੋਰਸ ਪਰ ਯੂਨਿਟ ਲੈਂਥ ਕਹੀ ਆ ਬੇਟਾ। ਤੇ ਜੇ ਬੱਚੇ ਮੈਂ ਇਸ ਕਰੰਟ ਕੈਰਿੰਗ ਵਾਇਰ ਦਾ ਫਰਸਟ ਕੇਸ ਲਵਾਂ ठीक है थोड़ा जिहा थले कर रहे हैं जे ਆਪਾਂ ਐਸਐਚ ਤੇ ਫਰਸਟ ਕੇਸ ਲੈ ਕੇ ਚੱਲੀਏ ਜਦੋਂ ਕਰੰਟ ਈਸਟ ਟੂ ਵੈਸਟ ਫਲੋ ਕਰਦਾ ਪਿਆ ਇਸ ਕੇਸ ਦੇ ਅੰਦਰ ਆ ਕਰੰਟ ਕੈਰਿੰਗ ਵਾਇਰ ਤੇ ਜਿਹੜਾ ਇੱਥੇ ਬਣਨ ਵਾਲਾ ਮੈਗਨੈਟਿਕ ਫੀਲਡ ਆ ਇਹ ਇੱਕ ਦੂਜੇ ਦੇ ਕੀ ਆ ਜਾਣੇ परपेंडिकुलर। ਤੇ ਜਦੋਂ ਇਹ ਦੋ ਚੀਜ਼ਾਂ ਇੱਕ ਦੂਜੇ ਦੇ ਪਰਪੈਂਡੀਕੂਲਰ ਆਣੀਆਂ ठीक है ते अपने कोल फोर्स कढन लई जेड़ा फार्मूला सीगा F दा which is given by F equal to BIL sin theta
ਤੇ ਇਸ ਫਰਸਟ ਕੇਸ ਦੇ ਅੰਦਰ ਥੀਟਾ 90 ਹੋ ਗਿਆ ਤੇ ਲੈਂਥ ਨੂੰ ਇਧਰ ਡਿਵਾਈਡ ਕਰ ਲਓ ਕਿਉਂਕਿ ਲੌਂਗ ਕੰਡਕਟਰ ਆ, ਲੈਂਥ ਨਹੀਂ ਗਿਵਨ। ਇਮਲ ਜੋ ਨੇ ਕੁਐਸਚਨ ਚ ਲੱਭਣ ਨੂੰ ਕਿਹਾ, ਮੰਨ ਲਓ ਉਹ ਸਮਾਲ f ਆ ਜਿਹਨੂੰ f/l ਲਿਖਦੇ ਪਏ ਹੋ ਤੁਸੀਂ, ਆ ਵੇਰੀਏਬਲ ਫਾਈਂਡ ਆਊਟ ਕਰਦੇ ਪਏ ਤੇ ਇਹਦੀ ਵੈਲਿਊ ਮੇਰੇ ਕੋਲ ਜਿਹੜੀ SH ਹੈਗੀ ਆ ਉਹ BI sin 90 ਆ ਜਾਏਗੀ। Yes, sir. So, ਆਪਣੇ ਕੁਐਸਚਨ ਚ ਮੈਗਨੈਟਿਕ ਫੀਲਡ ਵੀ ਤੇ ਕਰੰਟ ਦੋਨੋਂ ਵੇਰੀਏਬਲ ਹੈਗੇ ਆ ਤੇ ਜੇ ਆ ਦੋ ਵੇਰੀਏਬਲ ਹੈਗੇ ਆ ਦੋਨੋਂ ਦੇ ਦੋਨੋਂ ਸਬਸਟੀਟਿਊਟ ਕਰ ਦੋ, ਪਹਿਲੇ ਕੇਸ ਚ ਫੋਰਸ ਪਰ ਯੂਨਿਟ ਲੈਂਥ ਕੈਲਕੂਲੇਟ ਹੋ ਜਾਊਗੀ। Yes, sir. Yes, sir. ਸੈਕਿੰਡ ਕੇਸ ਚ ਬੇਟਾ ਉਹਨੇ ਜਿਹੜੀ ਵਾਇਰ ਆ ਉਹਨੇ ਕਿਹਾ ਜੀ SH ਕਰੰਟ ਕੈਰਿੰਗ ਕੰਡਕਟਰ ਸਾਊਥ ਨਾਰਥ ਚ ਆ ਗਿਆ ਤੇ ਜੇ ਕਰੰਟ ਕੈਰਿੰਗ ਕੰਡਕਟਰ ਦਾ ਸਾਊਥ ਨਾਰਥ ਕਹਿਦਾ ਜਾਂ ਨਾਰਥ ਸਾਊਥ ਕਹਿਦਾ ਕੋਈ ਫਰਕ ਨਹੀਂ ਪੈਣਾ। ਕਾਰਨ ਇਹ ਹੋਏਗਾ ਕਿ ਕਰੰਟ ਕੈਰਿੰਗ ਵਾਇਰ ਤੇ ਮੈਗਨੈਟਿਕ ਫੀਲਡ ਜਾਂ ਤਾਂ ਐਂਗਲ 0 ਬਣਾਉਗੇ ਜਾਂ 180। ਸਾਈਨ 0 ਵੀ ਤੇ ਸਾਈਨ 180 ਦੋਨੋਂ ਦੇ ਦੋਨੋਂ 0 ਹੁੰਦੇ। Yes, sir. yes, sir. ਠੀਕ ਹੈ, ਜਦੋਂ ਵਾਇਰ ਮੇਰੀ ਸਾਊਥ ਨਾਰਥ ਡਾਇਰੈਕਸ਼ਨ ਚ ਆ ਆਪਣਾ ਥੀਟਾ ਜਿਹੜਾ 0 ਆ ਤੇ देयरफॉर ਇਸ ਕੇਸ ਦੇ ਅੰਦਰ ਜਿਹੜੀ ਫੋਰਸ ਆ ਉਹ 0 ਆ ਜਾਏਗੀ ਬੇਟਾ। Yes, sir. Yes, sir. Yes, sir. Yes, sir. ਲੱਗਿਆ ਕਰਾਂ ਕਿੰਨਾ ਕਲੀਅਰ ਆ? Yes, sir. Yes, sir. ਥੋੜੇ ਜਿਹਾ ਧਿਆਨ ਨਾਲ ਕਰਦੇ ਚੱਲੋ, ਨੂਮੈਰੀਕਲ ਥੋੜੇ ਧਿਆਨ ਨਾਲ ਸਮਝਣ ਵਾਲੇ ਹੈਗੇ ਆ। ਨੈਕਸਟ ਹੈਗਾ what is the force on a wire। ਠੀਕ ਹੈ, ਇੱਕ ਵਾਰੀ ਸਟੇਟਮੈਂਟ ਪੜ੍ਹ ਲਓ ਫਿਰ ਮੈਂ ਐਕਸਪਲੇਨ ਕਰਦਾ ਹਾਂ। 15 ਦੀ ਸਟੇਟਮੈਂਟ ਜ਼ਰੂਰ ਪੜ੍ਹਿਓ, ਜੇ ਮੈਂ ਕਹਿਣਾ ਪਿਆ ਤਾਂ ਉਹਦਾ ਕਾਰਨ ਆ ਬੇਟਾ। ਪੜ੍ਹੋ ਜਲਦੀ। करा शुरू जी? Yes, sir. चलो नेक्स्ट न्यूमेरिकल चोने अपनी स्टेटमेंट चेक किया व्हाट इज द फोर्स ऑन ए वायर ऑफ लेंथ 2 सेंटीमीटर वायर प्लेस्ड इनसाइड ए लॉन्ग सोलेनॉइड नियर इट सेंटर। पुत्र नियर इट सेंटर दा कारण आ, ठीक है, ओदी गल जोड़ांगा हुनी। मेकिंग एन एंगल ऑफ 60 डिग्री विद द एक्सिस ऑफ सोलेनॉइड। ठीक है जी, सोलेनॉइड दे एक्सिस दे नाल तोड़ी करंट कैरिंग वायर जेडी आ वो 60 डिग्री एंगल ते आ और दूजी ने कहता पैरेलल टू द एक्सिस ऑफ सोलेनॉइड और तीजे ने कहता परपेंडिकुलर टू द एक्सिस ऑफ द सोलेनॉइड। द वायर कैरी अ करंट ऑफ 1 एम्पीयर एंड मैग्नेटिक फील्ड इनसाइड द सोलेनॉइड इज 0.4 टेस्ला। ठीक है, पहले तो वेरिएबल लिख रहे हैं, बाद चों दी गल अगे कंटिन्यू करते अपने इस न्यूमेरिकल च जेडे उन्हें वर्ड यूज कीते आ 15 दे अंदर उन्हें अपन पूछा जी व्हाट इज द फोर्स ऑन ए वायर, यानी अपन एफ कैलकुलेट करना। जेडी वायर आ ओदी लेंथ जेडी आ उन्हें कहा जी ਤੁਹਾਡੇ ਕੋਲ लेंथ 2 सेंटीमीटर 2 * 10 रेज़ टू पावर -2 मीटर मेरे को ओदी लेंथ गिवन और वायर जेडी आ वो सोलेनॉइड दे अंदर रखी हुई आ। ठीक है, ते बच्चे सोलेनॉइड दी कंडीशन दसन लग्या पहले ओनु समझ लियो। आपा आ क्या सीगा कि जे आ मेरे को ऐसा जी कोई कोर गिवन आ सोलेनॉइड दी पुत कंडीशन दसी हुई आ वही रिपीट कर रहा। ठीक है जी, जे मेरे को आ सोलेनॉइड गिवन आ इस दे विच आपां क्या सी जदों एसएच इहदी कोर दे अक्रॉस आ कॉइल रैप कीती है तो ਅਸੀਂ क्या सी ये अपने अराउंड जेड़ा वा इस टाइप ना मैग्नेटिक फील्ड बनाई जांदा, इहदे अराउंड कुछ इस वे ना मैग्नेटिक फील्ड बनदा। ਇਹ ਚ ਅਸੀਂ क्या सी सोलेनॉइड दे आउटसाइड ਜਿਹੜੀ मैग्नेटिक फील्ड लाइंस ने है ना ਇਹ ਇੱਕ ਦੂਜੇ ਨਾਲ ਕੈਨਸਲ ਹੋ ਜਾਂਦੀਆਂ क्योंकि उपरों जे वो क्लॉकवाइज घूमदियां पईयां थलड़ियां एंटी क्लॉकवाइज घूमदियां पईयां जिहदे करके ये एक दूजे दा इफेक्ट जिहड़ा वा वो कैंसल कर दिंदियां। पर सोलेनॉइड दे इंटीरियर च सारियां मैग्नेटिक फील्ड लाइन जिहड़ियां ने दे ऑल फ्लोइंग इन द सेम डायरेक्शन। क्या इन्नी गल समझ लगी? Yes, sir. Yes, sir. Yes, sir. Yes, sir. Yes, sir. ਜੇ ਮੈਂ ਇਦਾਂ ਕਵਾਂ ਆ ਲਾਈਨ ਜਿਹੜੀ ਡਰਾ ਕਰਦਾ ਪਿਆ ਇਹ ਮੇਰੀ ਮੈਗਨੈਟਿਕ ਫੀਲਡ ਦੀ ਲਾਈਨ ਹੋ ਗਈ, ਯਾਨੀ ਇਸ ਡਾਇਰੈਕਸ਼ਨ ਚ ਮੈਗਨੈਟਿਕ ਫੀਲਡ ਆ। ਹੁਣ ਉਹਨੇ ਤਿੰਨ ਕੇਸ ਦੇਤੇ ਵਾਇਰ ਦੇ, ਉਹ ਕਹਿੰਦਾ ਜੀ ਵਾਇਰ ਪਹਿਲੇ ਕੇਸ ਦੇ ਵਿੱਚ ਜਿਹੜੀ ਆ ਆਪਾਂ ਕਿੱਦਾਂ ਰੱਖੀ ਆ सोलेनॉइड ਦੇ ਅੰਦਰ ਆ ਵਾਇਰ, ਆਪਣੀ ਵਾਇਰ ਵੀ ਇਹਦੇ ਅੰਦਰ ਹੀ ਪਈ ਆ। ਠੀਕ ਹੈ ਜੀ, ਤੇ ਪਹਿਲੇ ਕੇਸ ਨੇ ਕਿਹਾ ਕਿ ਵਾਇਰ ਮੇਕਸ ਐਨ ਐਂਗਲ
wire makes an angle 60 degree with the axis of solenoid. Solenoid ਦੇ axis ਦੇ ਨਾਲ ਇੱਥੇ wire ਜਿਹੜੀ current carrying wire ਆ ਯਾਨੀ ਆ current ਵਾਲੀ direction ਜਿਹੜੀ ਆ it makes an angle of 60 degree ਯਾਨੀ ਆ ਪਹਿਲੇ ਕੇਸ ਐਂਗਲ ਇੱਥੇ 60 ਆ। ਦੂਜੀ ਵਾਲੀ ਨੇ ਕਹਿਤਾ ਕਿ ਜਿਹੜੀ ਕਰੰਟ ਕੈਰਿੰਗ ਵਾਇਰ ਆ ਉਹ ਇਹਦੇ ਪੈਰਲਲ ਆ। ਤੀਜੀ ਵਾਲੀ ਨੇ ਕਹਿਤਾ ਪਰਪੈਂਡੀਕੂਲਰ। ਇਹਦਾ ਮਤਲਬ ਜਿਹੜਾ ਆ ਆਈਐਲ ਵੈਕਟਰ ਬਣੂਗਾ, ਆਈਐਲ ਵੈਕਟਰ ਮੈਗਨੈਟਿਕ ਫੀਲਡ ਦੇ ਨਾਲ ਇੱਕ ਵਾਰੀ ਥੀਟਾ 60, ਇੱਕ ਵਾਰੀ ਆਈਐਲ ਵੈਕਟਰ ਮੈਗਨੈਟਿਕ ਫੀਲਡ ਨਾਲ ਥੀਟਾ 0 ਤੇ ਇੱਕ ਵਾਰੀ ਆਈਐਲ ਵੈਕਟਰ ਮੈਗਨੈਟਿਕ ਫੀਲਡ ਦੇ ਨਾਲ ਥੀਟਾ 90 ਬਣਾਏਗਾ। Yes, Yes, sir. Yes, sir. ਚਲੋ ਜੇ ਕੁਐਸਚਨ ਚ ਇੱਕ ਚੀਜ਼ ਉਹ ਇਹ ਲਿਖ ਦਿੰਦਾ, ਉਹਨੇ ਲਿਖਿਆ ਨੀਅਰ ਦਾ ਸੈਂਟਰ ਆਫ ਸੋਲੇਨੋਇਡ, ਤੇ ਜੇ ਇਹਦੀ ਥਾਂ ਤੇ ਕਹਿ ਦਿੰਦਾ ਨੀਅਰ ਵਨ ਐਂਡ ਆਫ ਦਾ ਸੋਲੇਨੋਇਡ, ਤੇ ਪੁੱਤ ਇੱਕ ਫਾਰਮੂਲਾ ਯਾਦ ਕਰਿਓ ਆਪਾਂ ਸੋਲੇਨੋਇਡ ਦੇ ਮੈਗਨੈਟਿਕ ਫੀਲਡ ਦਾ ਆ ਫਾਰਮੂਲਾ ਲਿਖਿਆ ਸੀਗਾ, ਮੈਗਨੈਟਿਕ ਫੀਲਡ ਡਿਊ ਟੂ ਸੋਲੇਨੋਇਡ is given by B equal to mu naught Ni। ਤੇ ਮੈਂ ਇਹ ਕਿਹਾ ਸੀਗਾ ਕਿ ਇਹ ਫਾਰਮੂਲਾ ਮੈਨੂੰ ਇਹ ਸ਼ੋ ਕਰਦਾ ਕਿ ਸੋਲੇਨੋਇਡ ਦਾ ਮੈਗਨੈਟਿਕ ਫੀਲਡ ਜਿਹੜਾ ਹੈਗਾ ਆ ਵੈਲਿਊ ਦਾ ਇਹ ਨੀਅਰ ਦਾ ਸੈਂਟਰ ਆ, ਤੇ ਜਦੋਂ ਸੋਲੇਨੋਇਡ ਦੇ ਸੈਂਟਰ ਤੋਂ ਤੁਸੀਂ ਉਹਦੇ ਐਂਡ ਵੱਲ ਮੂਵ ਕਰਦੇ ਹੋ ਤੇ ਮੈਗਨੈਟਿਕ ਫੀਲਡ ਦੀ ਸਟਰੈਂਥ ਜਿਹੜੀ ਆ ਸੈਂਟਰ ਨਾਲੋਂ ਹਾਫ ਰਹਿ ਜਾਂਦੀ ਆ। ਕੀ ਆ ਗੱਲ ਸਮਝ ਲੱਗੀ? Yes, sir. yes, sir. Yes, sir. ਉਹ ਆਪਾਂ ਨੂੰ ਮੈਗਨੈਟਿਕ ਫੀਲਡ ਜਿਹੜਾ ਉਹਨੇ ਦਿੱਤਾ ਹੋਇਆ ਉਹ ਨੀਅਰ ਦਾ ਸੈਂਟਰ ਦੇ ਦਿੱਤਾ। ਮੈਨੂੰ ਕਹਿ ਦਿੰਦਾ ਕੈਲਕੂਲੇਟ, ਕਹਿੰਦਾ ਜੀ ਦਿਸ ਵਾਇਰ ਇਜ਼ ਪਲੇਸਡ ਨੀਅਰ ਵਨ ਐਂਡ ਆਫ ਦਾ ਸੋਲੇਨੋਇਡ, ਹੈਨਾ, ਤੇ ਫਿਰ ਆਪਣਾ ਫਾਰਮੂਲਾ ਜਿਹੜਾ ਸੀਗਾ ਉਹਦੇ ਵਿੱਚ ਮੈਗਨੈਟਿਕ ਫੀਲਡ ਜਿਹੜਾ ਉਹ ਹਾਫ ਲਵਾਂਗੇ ਜਿੰਨਾ ਦਿੱਤਾ ਹੋਏਗਾ। ਗੱਲ ਸਮਝ ਲੱਗੀ ਜੋ ਦੱਸਦਾ ਪਿਆ? Yes, Yes, sir. sir. Yes, sir. ਹੁਣ ਇਸ ਕੇਸ ਦੇ ਅੰਦਰ ਆਪਣੇ ਕੋਲ ਮੈਗਨੈਟਿਕ ਫੀਲਡ ਸਿੱਧਾ ਦਿੱਤਾ, ਇਨ ਕੇਸ ਮੈਗਨੈਟਿਕ ਫੀਲਡ ਨਹੀਂ ਦਿੱਤਾ ਤਾਂ ਉਹਨੇ ਇਦਾਂ ਕਰਕੇ ਸੋਲੇਨੋਇਡ ਦੀਆਂ ਕੰਡੀਸ਼ਨ ਦੇ ਦੇਣੀਆਂ ਕਿ ਵੀ ਤੁਹਾਡਾ ਸੋਲੇਨੋਇਡ ਜਿਹੜਾ ਇਹ ਚ ਨੰਬਰ ਆਫ ਟਰਨ ਪਰ ਯੂਨਿਟ ਲੈਂਥ ਕਿੰਨੇ ਆ, ਤੇ ਇਸ ਸੋਲੇਨੋਇਡ ਦੀ ਕੋਇਲ ਚੋਂ ਕਰੰਟ ਜਿਹੜਾ ਵਾ ਸੋਲੇਨੋਇਡ ਇਸ ਵੇਲੇ ਮੈਗਨੇਟ ਦਾ। ਪੁੱਤ ਇਹ ਚੀਜ਼ਾਂ ਬੇਸ਼ੱਕ ਨੂਮੈਰੀਕਲੀ ਨਹੀਂ ਰਿਕੁਆਇਰਡ ਪਰ ਬਹੁਤ ਸਾਰੇ ਕਨਸੈਪਟ ਇਹਨਾਂ ਬੰਦੇ ਪਏ ਆ ਕਿ ਆ ਵਾਇਰ ਚੋਂ ਕਰੰਟ ਪਾਸ ਕੀਤਾ, ਇਹਦੇ ਤੇ ਮੈਗਨੈਟਿਕ ਫੀਲਡ ਕੱਢਦੇ ਪਏ, ਇਹਦੇ ਤੇ ਮੈਗਨੈਟਿਕ ਫੋਰਸ ਕੱਢਦੇ ਪਏ। ਹੋ ਸਕਦਾ ਇਹਦਾ ਮੈਗਨੈਟਿਕ ਫੀਲਡ ਮੈਨੂੰ ਸਿੱਧਾ ਸਿੱਧਾ ਕੁਐਸਚਨ ਚ ਨਾ ਦੱਸਿਆ ਹੁੰਦਾ ਸੋਲੇਨੋਇਡ ਦਾ, ਉਹਨੇ ਕੀ ਕਹਿਣਾ ਸੀ ਕਿ ਵੀ ਜਿਹੜੀ ਕੋਇਲ ਸੋਲੇਨੋਇਡ ਵਾਲੀ ਹੈਗੀ ਇਹ ਚੋਂ 1 ਐਂਪੀਅਰ 2 ਐਂਪੀਅਰ ਕਰੰਟ ਆ ਵਾਇਰ ਦੇ ਵਿੱਚ ਕੁਝ ਹੋਰ ਕਰੰਟ ਆ। ਇਹਦਾ ਮਤਲਬ ਜਦੋਂ ਇਸ ਵਾਇਰ 'ਚ ਕਰੰਟ ਦੱਸਿਆ ਹੋਊਗਾ ਉਹ ਮੈਗਨੈਟਿਕ ਫੀਲਡ ਬਣਾਉਣ ਵਾਸਤੇ ਯੂਜ਼ ਹੋਏਗਾ, ਤੇ ਜਿਹੜਾ ਆ ਕਰੰਟ ਦਿੱਤਾ ਹੋਊਗਾ ਕੰਡਕਟਰ ਦੇ ਕ੍ਰਾਸ ਇਹ ਮੇਰੇ ਕੋਲ ਫੋਰਸ ਕੱਢਣ ਵਾਸਤੇ ਯੂਜ਼ ਹੋ ਜਾਏਗਾ। ਕਿਆ ਇਹ ਸਾਰੀ ਕਨਸੈਪਟ ਜੋ ਦੱਸਦਾ ਪਿਆ ਸਮਝ ਆ ਰਿਹਾ? Yes, Yes, sir. sir. Yes, sir. Yes, sir. ਆਪਣੇ ਕੁਐਸਚਨ ਦੇ ਅੰਦਰ ਆਪਾਂ ਨੂੰ ਮੈਗਨੈਟਿਕ ਫੀਲਡ ਸਿੱਧਾ ਸਿੱਧਾ ਦਿੱਤਾ ਸੀਗਾ ਜੀ, ਮੈਗਨੈਟਿਕ ਫੀਲਡ ਦੀ ਸਟਰੈਂਥ ਦਿੱਤੀ ਉਹਨੇ 0.4 ਟੈਸਲਾ, ਤੇ ਪੁੱਤ ਤੁਸੀਂ ਤਿੰਨ ਐਂਗਲ ਲੈ ਕੇ ਕੰਡੀਸ਼ਨ ਬਣਾ ਲਓਗੇ, ਇੱਕ ਵਾਰੀ ਥੀਟਾ 60, ਠੀਕ ਹੈ ਜੀ, ਦੂਜੀ ਵਾਰੀ ਥੀਟਾ ਮੇਰੇ ਕੋਲ 0 ਡਿਗਰੀ ਔਰ ਤੀਜੀ ਵਾਰੀ ਥੀਟਾ ਤੁਹਾਡੇ ਕੋਲ ਜਿਹੜਾ ਉਹ SH 90 ਡਿਗਰੀ। ਆ ਤਿੰਨ ਐਂਗਲ ਲੈਣੇ ਵਾਰੀ ਵਾਰੀ ਆਪਾਂ, ਠੀਕ ਹੈ ਜੀ, ਤੇ ਤਿੰਨੋਂ ਵਾਰੀ ਫਾਰਮੂਲਾ ਆਪਣੇ ਕੋਲ ਜਿਹੜਾ ਹੋਏਗਾ ਉਹ ਆ ਜਾਏਗਾ F equal to BIL into sin theta। ਫਾਰਮੂਲਾ ਲਾਈ ਚੱਲੋ ਤੇ ਆਪਣੇ ਕੋਲ ਤਿੰਨੇ ਕੰਡੀਸ਼ਨ ਚ ਮੈਗਨੈਟਿਕ ਫੋਰਸ ਜਿਹੜੀ ਆ ਉਹ ਕੈਲਕੂਲੇਟ ਹੋ ਜਾਏਗਾ ਨੂਮੈਰੀਕਲ। Yes, sir. Yes, sir. Yes, sir. Yes. ਕੰਡੀਸ਼ਨ ਦੱਸਦਾ ਪਿਆ, ਸਮਝ ਲੱਗੀਆਂ? Yes, sir. Yes, sir. Sir. ਨੈਕਸਟ ਦੀ ਸਟੇਟਮੈਂਟ ਪੜ੍ਹ ਲਓ ਇੱਕ ਵਾਰੀ ਜਲਦੀ ਜਲਦੀ। ਮੈਂ ਹੀ ਬੋਲਣ ਲੱਗਿਆ, ਆਪਾਂ ਆਲਰੇਡੀ ਇਸ ਚੀਜ਼ ਨੂੰ ਡਿਸਕਸ ਕੀਤਾ ਹੋਇਆ, ਉਹੀ ਕੁਐਸਚਨ ਉਹਨੇ ਬਣਾਇਆ। ਉਹਨੇ ਕੁਐਸਚਨ 'ਚ ਕਿਹਾ a horizontal wire 0.2 meter long carry a current of 4 ampere, find the magnitude and direction of magnetic field which can support the weight of the wire। ਕੀਤਾ ਪ੍ਰੋਪਰ ਹੁਣੀ ਕੁਐਸਚਨ? Yes, sir. ਉਹ ਚੋਂ Yes, sir. ਨੇ ਦੋ ਚੀਜ਼ਾਂ ਪੁੱਛ ਲੀਆਂ, ਕਹਿੰਦਾ ਜੀ ਹੌਰੀਜ਼ੋਨਟਲ ਵਾਇਰ ਆ 0.2 ਮੀਟਰ ਲੌਂਗ ਆ, ਕਰੰਟ ਉਹ ਚ ਦੱਸ ਦਿੱਤਾ, ਮੈਗਨੈਟਿਕ ਫੀਲਡ ਦਾ ਮੈਗਨੀਟਿਊਡ ਵੀ ਤੇ ਡਾਇਰੈਕਸ਼ਨ ਵੀ, ਠੀਕ ਹੈ ਜੀ, ਦੋਨੋਂ ਕੈਲਕੂਲੇਟ ਕਰੋ ਜਿਹੜਾ weight ਆਫ ਵਾਇਰ ਨੂੰ ਸਪੋਰਟ ਕਰ ਦੇਵੇ, ਠੀਕ ਹੈ ਜੀ। ਤੇ ਕਹਿੰਦਾ ਜੀ ਐਸਐਚ ਹੁਣ ਉਹੀ ਫੇਰ ਸੇਮ ਚੀਜ਼ ਆ ਕਿ ਵੀ ਜੇ ਆ ਵਾਇਰ ਮੇਰੇ ਕੋਲ ਗਿਵਨ ਆ ਤੇ ਜੇ ਇਹਨੂੰ ਮੈਂ ਐਸਐਚ 에ਅਰ ਚ ਸਸਪੈਂਡ ਕਰਨਾ ਵਾ ਤੇ ਆਪਾਂ ਬੁੱਤੇ ਇਹ ਵਰਡ ਯੂਜ਼ ਕੀਤੇ ਕਿ ਮੈਗਨੈਟਿਕ ਫੀਲਡ ਇਹਦੇ ਪਰਪੈਂਡੀਕੂਲਰ ਲੱਗੇ। ਆ ਚੀਜ਼ ਕਹਿ ਰਿਹਾ ਮੈਗਨੈਟਿਕ ਫੀਲਡ ਦੇ ਪਰਪੈਂਡੀਕੂਲਰ ਲੱਗੇ, ਠੀਕ ਹੈ। ਇਸ ਵਾਇਰ ਚੋਂ ਜਦੋਂ ਕਰੰਟ ਪਾਸ ਹੋਏਗਾ, ਆ ਫਿੰਗਰ ਮੇਰੀ ਕਰੰਟ ਬਣੀ, ਇਸ ਵਾਇਰ ਚੋਂ ਕਰੰਟ ਆ,
ਆ ਫਿੰਗਰ ਇਸ ਵੇਲੇ ਇਸ ਕਰੰਟ ਕੈਰਿੰਗ ਕੰਡਕਟਰ ਦੇ ਪਰਪੈਂਡੀਕੂਲਰ ਆ ਗਈ, ਯਾਨੀ ਮੈਗਨੈਟਿਕ ਫੀਲਡ ਕੰਡਕਟਰ ਦੇ ਪਰਪੈਂਡੀਕੂਲਰ ਲੱਗੇਗਾ। ਠੀਕ ਹੈ, ਫਿਰ ਆ ਜਿਹੜੀ ਫੋਰਸ ਹੋਏਗੀ ਥੰਬ ਦੇ ਲੌਂਗ, ਇਹ ਇਸ weight ਆਫ ਵਾਇਰ ਨੂੰ ਬੈਲੈਂਸ ਕਰੇਗੀ। Yes, sir. ਕਿਆ ਸਾਰਿਆਂ ਨੂੰ ਸਮਝ Yes, ਲੱਗਿਆ ਜੋ sir. ਦੱਸਦਾ ਪਿਆ? Yes, Yes, sir. yes, Yes. ਜਿਹੜੀ 16th numerical ਤੇ ਜਿਹੜਾ ਆਪਾਂ ਆ ਕੀਤਾ ਸੀਗਾ 13 ਦੋਨੋਂ ਸੇਮ ਆ, ਸਿਰਫ ਇੱਕ ਵਰਡ ਹੀ ਐਡ ਕਰਾਂਗੇ ਇਹਦੇ ਅੰਦਰ। ਠੀਕ ਹੈ ਜੀ, ਵਰਡ ਹੈਗਾ ਕਿ ਵੀ ਨੋ ਦੈਟ ਆਪਣੇ ਕੋਲ ਜੇ weight ਆਫ ਵਾਇਰ ਆ ਤੇ that is balanced by BIL sin 90। ਠੀਕ ਹੈ, ਤੇ ਮੈਗਨੈਟਿਕ ਫੀਲਡ ਦਾ ਫਾਰਮੂਲਾ ਹੀ ਬਣਾਣਾ, ਤੇ B ਦਾ ਫਾਰਮੂਲਾ ਆਪਣੇ ਕੋਲ ਆ ਗਿਆ mg/I * L। ठीक है, तो डायरेक्शन लिख दियो कि डायरेक्शन ऑफ मैग्नेटिक फील्ड इज परपेंडिकुलर टू कंडक्टर। सो डायरेक्शन वास्ते लिखा ते आ कह दांगा डायरेक्शन ऑफ मैग्नेटिक फील्ड इज परपेंडिकुलर टू करंट कैरिंग वायर। डायरेक्शन का कंसेप्ट क्लियर है जी? डायरेक्शन का कंसेप्ट क्लियर है? yes, 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 sir. sir. चल sir. नेक्स्ट हैगा 17। हुन ये तुहानू दे रहा कि करावा, देखियो जरा वो न्याणे हो, चलो करा ही देने, बोलते नहीं हैगे गूंगे। करावा के कर लूंगे? Sir, करा दो। Hello, sir. आप ना करियो। अच्छा करा- चलो 17 हैगा अ स्ट्रेट हॉरिजॉन्टल कंडक्टिंग रॉड ऑफ लेंथ। नलैको यही न्यूमेरिकल तोड़े MCQ है सारे। A straight horizontal conducting rod of length 0.6 meter and mass 60 gram is suspended by two vertical wire at its end। समझियो ध्यान नाल, समझण वाली स्टेटमेंट। ਉਹਨੇ ਕਿਹਾ ਜੀ ਇੱਕ ਹੌਰੀਜ਼ੌਂਟਲ ਕੰਡਕਟਿੰਗ ਰॉड ਆ ਮੇਰਾ ਪੈਨ ਮੇਰੀ ਹੌਰੀਜ਼ੌਂਟਲ ਕੰਡਕਟਿੰਗ ਰॉड ਹੋਗੀ, ਇਹਦੀ ਲੈਂਥ ਤੇ ਇਹਦਾ ਮਾਸ ਦੱਸ ਦਿੱਤਾ, ਇਹਨੂੰ ਮੈਂ ਸਸਪੈਂਡ ਕੀਤਾ ਹੋਇਆ, ਲਟਕਾਇਆ ਹੋਇਆ ਦੋ ਵਰਟੀਕਲ ਵਾਇਰ, ਯਾਨੀ ਇਹਦੇ ਆ ਦੋ ਐਂਡ ਪੁਆਇੰਟ ਤੇ ਮੈਂ ਦੋ ਤਾਰਾਂ ਇਹਨਾਂ ਲਟਕਾਈਆਂ ਹੋਈਆਂ। ਮੀਨ ਇਹਦੀ ਫਿਗਰ ਵਾਈਜ਼ ਚੱਲਾਂ ਤੇ ਮੈਨੂੰ ਉਹਨੇ ਕੁਐਸਚਨ ਚ ਆ ਕਿਹਾ ਵਾ ਕਿ ਆ ਤੁਹਾਡੀ ਰॉड ਆ ਤੁਹਾਡੇ ਕੋਲ ਰॉड ਗਿਵਨ ਆ ਜਿਹੜੀ ਕਰੰਟ ਕੈਰਿੰਗ ਵਾਇਰ ਆ, ਇਹਨੂੰ ਤੁਸੀਂ ਐਸ ਸੱਚ ਇਹਦੇ ਦੋ ਐਂਡ ਤੋਂ ਇਦਾਂ ਕਰਕੇ ਸਸਪੈਂਡ ਕੀਤਾ ਹੋਇਆ। क्लियर है गल? yes, sir. Yes, sir. इस वायर दा मेनू ने वेट दे देता। ठीक है जी, इस रॉड दा वेट दे देता, वेट दे करके mg फोर्स डाउनवर्ड आ गई। हुन ओने अग्गियों अपने कोल की किया, स्ट्रेट हॉरिजॉन्टल कंडक्टिंग रॉड लेंथ गिवन, मास गिवन, सस्पेंडेड बाय टू वायर। अ करंट ऑफ 5 एम्पीयर इज सेट अप इन द रॉड थ्रू द वायर। एक वायर थानी करंट एंटर कीता, इधर दी करंट पास हो के इदा बाहर निकल गया। ठीक है, यानी उन्हें कहा जी इस रॉड के थ्रू करंट पास हो रहा। आप रॉड का एक्सिस दिखा देने कि इस रॉड के अक्रॉस करंट पास होंदा पे, जदों वायर च करंट पास होएगा ते उन्हें उहदे लई की कंडीशन कही आ, व्हाट मैग्नेटिक फील्ड शुड बी सेट अप नॉर्मल टू कंडक्टर। ऊपर गल कही आपां नॉर्मल वाली, कहना जी उन्हें कहा व्हाट मैग्नेटिक फील्ड शुड बी सेट अप परपेंडिकुलर टू कंडक्टर इन ऑर्डर दैट टेंशन इन द वायर इज जीरो। ਕਿਹੜੀਆਂ ਵਾਇਰ ਆ ਪੁੱਤ? ਜਿਹੜੀਆਂ ਤਾਰਾਂ ਦੇ ਨਾਲ ਮੈਂ ਆਪਣੀ ਰॉड ਲਟਕਾਈ ਆ, ਜਦੋਂ ਇਹਨੇ ਆਪਣੇ weight ਕਰਕੇ ਡਾਊਨਵਰਡ ਫੋਰਸ ਲਗਾਣੀ ਆ ਵਾਇਰ ਦੇ ਅੰਦਰ, ਇਹਨਾਂ ਸਟ੍ਰਿੰਗ ਦੇ ਅੰਦਰ ਟੈਂਸ਼ਨ ਪ੍ਰੋਡਿਊਸ ਹੋਊਗੀ। Yes, sir. Yes, sir. Yes, sir. Yes, sir. ਜਿਹੜੀ ਇਹਨਾਂ ਵਾਇਰ 'ਚ ਟੈਂਸ਼ਨ ਪ੍ਰੋਡਿਊਸ ਹੋਈ, ਉਹ ਕਹਿੰਦਾ ਜੀ ਐਸ ਸੱਚ ਕੰਡੀਸ਼ਨ ਉਹਨੇ ਬੋਲੀ ਆ ਮੈਗਨੈਟਿਕ ਫੀਲਡ ਇਸ ਵਾਇਰ ਦੇ ਪਰਪੈਂਡੀਕੂਲਰ ਲਾਵੋ। ਤੇ ਆਪਾਂ ਹੁਣੀ ਗੱਲ ਕਰਕੇ ਹਟੇ ਆ ਕਿ ਜਦੋਂ ਵਾਇਰ ਦੇ ਮੈਗਨੈਟਿਕ ਫੀਲਡ, ਯਾਨੀ ਆ ਮੈਂ ਇਹਦਾ ਲੈ ਲਵਾਂ, ਆ ਫਿੰਗਰ ਮੇਰੀ ਰॉड ਬਣ ਗਈ, ਇਹ ਚੋਂ ਕਰੰਟ ਪਾਸ ਹੋ ਰਿਹਾ ਤੇ ਇਹਦੇ ਪਰਪੈਂਡੀਕੂਲਰ ਆ ਜਿਹੜਾ ਵਾ ਹਨਾ ਫੋਰਸ ਉੱਪਰ ਨੂੰ ਲੱਗਦੀ ਪਈ ਆ, ਮੈਗਨੈਟਿਕ ਫੀਲਡ ਦੀ ਫੋਰਸ ਉੱਪਰ ਨੂੰ ਲੱਗੇਗੀ। ਠੀਕ ਹੈ ਜੀ, ਤੇ ਉਹ ਇਸ ਵਾਇਰ ਦੀ ਟੈਂਸ਼ਨ ਨੂੰ ਜਿਹੜਾ ਵਾ ਉਹਦੀ ਉਹਨੇ ਕੰਡੀਸ਼ਨ ਕੀ ਕਹੀ, ਸੋ ਦੈਟ ਟੈਂਸ਼ਨ ਇਨ ਦਾ ਵਾਇਰ ਇਜ਼ ਜ਼ੀਰੋ। ठीक है, वायर दे अंदर टेंशन नु मैं जीरो करना बेटा, वो कितना जीरो ओदी गल करांगा हुनी। दूजी वाली उन्हें की कह देता, व्हाट विल बी द टोटल टेंशन इन द वायर इफ डायरेक्शन ऑफ करंट इज रिवर्स। जे पहले केस दे विच करंट इस वेले इस लेफ्ट टू राइट जांदा पिया ते इस केस दे अंदर
ਜਿਹੜੀ ਮੈਗਨੈਟਿਕ ਫੋਰਸ ਆ ਉਹ ਮੇਰੀ ਉੱਪਰ ਨੂੰ ਨਿਕਲਦੀ ਹੋਵੇ, ਮੈਗਨੈਟਿਕ ਫੋਰਸ ਉੱਪਰ ਨੂੰ ਨਿਕਲਦੀ ਹੋਵੇ, ਹਨਾ, ਤੇ ਇਸ ਕੇਸ ਦੇ ਅੰਦਰ F ਤੇ mg ਦਾ ਜੋ ਮਤਲਬ, ਜੇ ਇਹਨੂੰ ਇਦਾਂ ਸਮਝਾਣਾ ਬੇਟਾ, ਬਾਅਦ ਚੋਂ ਲਾਈਨ ਬਦਲ ਦਾਂਗਾ, ਆ ਵਾਇਰ 'ਚ ਜਿਹੜੀ ਟੈਂਸ਼ਨ ਆਈ ਟੋਟਲ, ਤੇ ਜਿਹੜੀ ਆ F ਫੋਰਸ ਆ, ਇਹ ਮਿਲ ਕੇ ਦੋਨੋਂ ਫੋਰਸਿਸ ਜਿਹੜੀਆਂ ਵਾਇਰ ਦੇ weight ਨੂੰ ਬੈਲੈਂਸ ਕਰਦੀਆਂ ਹੋਣ, ਠੀਕ ਹੈ। ਜਦੋਂ ਇਹ ਦੋਨੋਂ ਮਿਲ ਕੇ ਵਾਇਰ ਦੇ weight ਨੂੰ ਬੈਲੈਂਸ ਕਰਨ, ਉਸ ਵੇਲੇ ਸਟ੍ਰਿੰਗ ਦੇ ਅੰਦਰ ਜਿਹੜੀ ਆ ਸਟ੍ਰਿੰਗ ਦੇ ਅੰਦਰ ਟੈਂਸ਼ਨ ਉਹ ਕਹਿੰਦਾ 0 ਹੋ ਜਾਵੇ। ਇੰਨੀ ਗੱਲ ਸਮਝ ਲੱਗੀ ਪਹਿਲੋਂ? Yes, sir. Yes, sir. ਇਸ ਵਾਇਰ ਦੇ ਕਰੰਟ ਦੀ ਡਾਇਰੈਕਸ਼ਨ ਨੂੰ ਰਿਵਰਸ ਕਰ ਲਿਆ, ਉਹਨਾਂ ਕਿੱਥੇ ਫਰਕ ਪੈਣਾ? ਆਹ ਵਾਲੀ ਉਹੀ ਚੀਜ਼ ਫੇਰ ਦੁਬਾਰਾ ਬੋਲ ਰਿਹਾ, ਜੇ ਮੈਂ ਵਾਇਰ ਦੇ ਅੰਦਰ ਇਸ ਵੇਲੇ ਕਰੰਟ ਜਿਹੜਾ ਵਾ ਉਹ ਇਸ ਲੈਫਟ ਟੂ ਰਾਈਟ ਡਾਇਰੈਕਸ਼ਨ 'ਚ ਭੇਜਦਾ ਪਿਆ, ਤੇ ਇਸ ਵੇਲੇ ਮੈਗਨੈਟਿਕ ਫੀਲਡ ਇਨਵਰਡ ਆ ਤੇ ਫੋਰਸ ਉੱਪਰ ਨੂੰ ਆ, ਤੇ ਜੇ ਇਸ ਵਾਇਰ 'ਚ ਕਰੰਟ ਦੀ ਡਾਇਰੈਕਸ਼ਨ ਮੈਂ ਰਿਵਰਸ ਕਰਾਂ, ਜੇ ਮੈਂ ਇਸ ਵਾਇਰ 'ਚ ਕਰੰਟ ਦੀ ਡਾਇਰੈਕਸ਼ਨ ਰਿਵਰਸ ਕਰਾਂ ਬਟ ਮੈਗਨੈਟਿਕ ਫੀਲਡ ਨੂੰ ਚੇਂਜ ਨਹੀਂ ਕਰਾਂ, ਤੇ ਉਸ ਵੇਲੇ ਇਸੇ ਵਾਇਰ ਤੇ ਮੈਗਨੈਟਿਕ ਫੋਰਸ ਜਿਹੜੀ ਆ ਉਹ ਥੱਲੇ ਨੂੰ ਜਾਊਗੀ। Yes, sir. Yes, sir. Yes, sir. ਇਹਦਾ ਮਤਲਬ ਇਹ ਹੋਇਆ ਕਿ ਜਦੋਂ ਵਾਇਰ ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਰਿਵਰਸ ਕਰਾਂਗਾ, ਉਹਨੇ ਮੇਰੀ ਮੈਗਨੈਟਿਕ ਫੋਰਸ ਦੀ ਡਾਇਰੈਕਸ਼ਨ ਰਿਵਰਸ ਕਰ ਦੇਣੀ। ਕਿਆ ਇੰਨੀ ਗੱਲ ਸਮਝ ਲੱਗੀ? Yes, sir. ਚਲ Yes, sir. ਸੈਕਿੰਡ ਕੇਸ ਦੇ ਅੰਦਰ ਜਦੋਂ ਮੈਗਨੈਟਿਕ ਫੋਰਸ ਵੀ ਥੱਲੇ ਨੂੰ ਹੋ ਗਈ, ਠੀਕ ਹੈ ਜੀ, ਤੇ ਉਦੋਂ ਸਟ੍ਰਿੰਗ ਦੇ ਅੰਦਰ ਟੈਂਸ਼ਨ ਕਿੰਨੀ ਉਹ ਕੈਲਕੂਲੇਟ ਕਰੋ। ਤੇ ਅੱਗੇ ਉਹਨੇ ਉਸ ਤੋਂ ਬਾਅਦ ਆਪਣੇ ਕੋਲ ਕੀ ਗਿਵਨ ਆ, ਕੀਪਿੰਗ ਮੈਗਨੀਟਿਊਡ ਆਫ ਮੈਗਨੈਟਿਕ ਫੀਲਡ ਸੇਮ ਐਜ਼ ਬਿਫੋਰ, ठीक है, what will be the total tension in the direct wire in the if the direction of current is reverse, keeping magnetic field same, magnetic field ਦੀ strength ਨੂੰ ਤੁਸੀਂ ਚੇਂਜ ਨਹੀਂ ਕਰ ਰਹੇ ਹੋ, ਜਿੰਨਾ ਅਪਲਾਈਡ ਆ ਉਨਾ ਹੀ ਰਹੇਗਾ। ਨਾਲ ਉਹਨੇ ਕੰਡੀਸ਼ਨ ਕੀ ਦਿੱਤੀ, ਇਗਨੋਰ ਮਾਸ ਆਫ ਦਾ ਵਾਇਰ। ਆ ਜਿਹੜੀਆਂ ਵਾਇਰਸ ਨੇ ਇਹਦਾ ਮਾਸ ਕਿਤੇ ਨਹੀਂ ਗਿਣਦੇ ਪਏ, ਸਿਰਫ ਰੋਡ ਦਾ ਮਾਸ ਗਿਣਦੇ ਪਏ ਆਪਾਂ। ਕਲੀਅਰ ਇਹ ਨਹੀਂ ਗੱਲ? Yes, sir. Yes, sir. Yes, sir. ਉਸ ਤੋਂ ਬਾਅਦ ਉਹਨੇ ਲਾਸਟ ਵਰਡ ਆਪਣੇ ਐਡ ਕੀਤੇ, ਨਹੀਂ ਜੀ ਠੀਕ ਹੈ, ਨਹੀਂ ਆ। ਹੁਣ ਇਹਨੂੰ ਜੇ ਆਪਾਂ ਕੰਟੀਨਿਊ ਕਰੀਏ, ਇਹਨੂੰ ਕੰਪਲੀਟ ਕਰੀਏ, ਤੇ ਪੁੱਤ ਪਹਿਲੇ ਕੇਸ ਦੇ ਅੰਦਰ ਆਪਣੇ ਕੋਲ ਜਿਹੜੀ ਆ ਵਾਇਰ 'ਚ ਟੈਂਸ਼ਨ ਹੋਏਗੀ, ਆ ਫੋਰਸ ਆ ਗਈ, ਤਾਂ ਥਰਡ ਮੇਰੇ ਕੋਲ mg। ਇਹਦੇ ਨਾਲ ਜਿਹੜਾ ਮੇਰੇ ਕੋਲ F ਤੇ mg ਦਾ ਡਿਫਰੈਂਸ ਆ, ਜਿਹੜਾ ਮੇਰੇ ਕੋਲ F ਤੇ mg ਦਾ ਡਿਫਰੈਂਸ ਆ, ਭਾਵੇਂ ਮੈਨੂੰ ਇਦਾਂ ਪੜ੍ਹ ਲਓ, mg ਤੇ F ਦਾ ਜਿਹੜਾ ਡਿਫਰੈਂਸ ਆ, ਇਹਨਾਂ ਦੋਨਾਂ ਦਾ ਡਿਫਰੈਂਸ ਟੈਂਸ਼ਨ ਦੇਗਾ। ਪਰ ਜੇ ਮੈਨੂੰ ਉਹ ਕੁਐਸਚਨ 'ਚ ਇਹ ਕਹਿ ਰਿਹਾ ਕਿ ਵਾਇਰ ਦੇ ਅੰਦਰ ਟੈਂਸ਼ਨ ਜਿਹੜੀ ਆ ਫਸਟ ਪਾਰਟ ਦੇ ਅੰਦਰ ਅਕੋਰਡਿੰਗ ਟੂ ਕੁਐਸਚਨ, ਠੀਕ ਹੈ ਜੀ, T equal to 0, ਕਿ ਟੈਂਸ਼ਨ 0 ਆਵੇ, ਤੇ ਇਹਦਾ ਮਤਲਬ ਇਹ ਹੋ ਗਿਆ ਫਿਰ ਪਹਿਲੇ ਕੇਸ ਦੇ ਅੰਦਰ mg should be equal to F ਆਜੂ। Yes, sir. Yes, sir. ਲਿਖਾਂ ਤੇ F ਅਸੀਂ ਕਿਹਨੂੰ ਪੜ੍ਹਦੇ ਆਪਾਂ? F ਦਾ ਕੀ ਫਾਰਮੂਲਾ? BIL sin 90, ਕਿਉਂਕਿ ਕਰੰਟ ਕੈਰਿੰਗ ਕੰਡਕਟਰ 'ਚ ਕਰੰਟ ਤੇ ਮੈਗਨੈਟਿਕ ਫੀਲਡ ਇੱਕ ਦੂਜੇ ਦੇ ਪਰਪੈਂਡੀਕੂਲਰ ਆ, ਫੇਰ ਹੀ ਫੋਰਸ ਉੱਪਰ ਨੂੰ ਗਈ ਆ। ਆ ਪਹਿਲੀ ਕੰਡੀਸ਼ਨ ਸਮਝ ਆਈ? Yes. Yes, sir. Yes, sir. Yes, sir. ਦੂਜੀ ਵਾਰੀ ਜਦੋਂ ਉਹਨੇ ਕਿਹਾ ਬੇਟਾ, ਦੂਜੀ ਵਾਰੀ ਉਹਨੇ ਕੀ ਕਿਹਾ ਕਿ ਵੀ ਕਰੰਟ ਦੀ ਡਾਇਰੈਕਸ਼ਨ ਪੁੱਠੀ ਕਰ ਦੋ, ਤੇ ਜੇ ਕਰੰਟ ਦੀ ਡਾਇਰੈਕਸ਼ਨ ਪੁੱਠੀ ਹੋ ਜਾਵੇ ਕੀ ਫਰਕ ਪਊਗਾ? नीचे को फोर्स ऐड हो जाएगी mg के साथ f। ਜੇ F ਵਾਲੀ ਫੋਰਸ ਨੀਚੇ ਜਾ ਕੇ ਐਡ ਹੋ ਜੂ, ਇਹਦਾ ਮਤਲਬ ਸੈਕਿੰਡ ਕੇਸ ਦੇ ਅੰਦਰ ਜਿਹੜਾ mg F ਲਿਖਦੇ ਆ ਉਹ T ਬਣਿਆ, ਤੇ ਜੇ ਹੁਣ ਆਹ ਫੋਰਸ ਵੀ ਥੱਲੇ ਨੂੰ ਚਲੇਗੀ, ਯਾਨੀ F ਮੇਰਾ ਥੱਲੇ ਨੂੰ ਚਲਾ ਗਿਆ, ਤੇ ਜੇ ਹੁਣ ਰੋਡ ਨਾ ਉੱਪਰ ਨੂੰ ਜਾ ਰਹੀ ਆ, ਨਾ ਥੱਲੇ ਨੂੰ ਜਾ ਰਹੀ ਆ, ਨਾ ਅੱਗੇ ਜਾ ਰਹੀ ਆ, ਨਾ ਪਿੱਛੇ ਜਾ ਰਹੀ ਆ, ਤੇ ਇਹਦਾ ਮਤਲਬ ਜਿਹੜੀ ਆ ਵਾਇਰ 'ਚ ਟੈਂਸ਼ਨ ਹੋਏਗੀ, ਤੇ ਜਿਹੜੀਆਂ ਥੱਲੇ ਦੋ ਫੋਰਸਿਸ ਗਈਆਂ ਉਹ ਆਪਸ 'ਚ ਬੈਲੈਂਸ ਹੋਣਗੀਆਂ। Yes, sir. Yes, sir. ਸੈਕਿੰਡ ਕੰਡੀਸ਼ਨ ਦੇ ਅਕੋਰਡਿੰਗਲੀ ਆਪਾਂ ਜੇ ਚੱਲੀਏ, ਤੇ ਅਕੋਰਡਿੰਗ ਟੂ ਕੁਐਸਚਨ ਸੈਕਿੰਡ ਕੰਡੀਸ਼ਨ ਆਪਣੀ ਇਹ ਆ ਜਾਏਗੀ, mg F ਜਿਹੜੀ ਆ ਇਹ ਮਿਲ ਕੇ ਟੈਂਸ਼ਨ T ਦੇ ਦੇਗੀ। ਉੱਥੇ ਮਾਈਨਸ ਕਰਨਾ ਸੀ, ਇੱਥੇ ਦੋਨਾਂ ਨੂੰ ਪਲੱਸ ਕਰਕੇ ਟੋਟਲ ਫੋਰਸ ਕੱਢ ਦੋ, ਠੀਕ ਹੈ ਜੀ। ਆਪਣੇ ਕੋਲ SH ਜਿਹੜੀ ਟੈਂਸ਼ਨ ਦੀ ਵੈਲਿਊ ਸੈਕਿੰਡ ਕੇਸ 'ਚ ਆ ਜਾਏਗੀ। क्या 17th न्यूमेरिकल ਦੇ ਦੋਨੋਂ ਪਾर्ट क्लियर है बच्चे? सर बी Yes, पार्ट में sir. रस्सी हमारे पास दो हैं तो उससे कोई फर्क नहीं पड़ेगा। दोबारा बोलो। जैसे यहाँ पे ये टोटल टेंशन, यहाँ से अगर हमें टेंशन ऑन ईच वायर निकालनी तो क्या डिवाइड बाय 2 करेंगे? हाँ फिर ਆਪਾਂ ਉਹ ਤਾਂ ਫਿਰ ਕਰਾਂਗੇ, ਆਪਾਂ T1 ਦੀ ਨਹੀਂ ਨਾ ਲੈ ਰਹੇ, ਤੁਸੀਂ ਇਹਨੂੰ ਨਾਮ ਦੇਣਾ ਇਦਾਂ ਦੇ ਦਿਓ, ਆ T1 ਆ T2, ਤੇ T1 ਪਲੱਸ T2 ਮਿਲਾ ਕੇ ਆਪਾਂ ਉਹਨੂੰ T ਮੰਨਿਆ ਹੋਇਆ। ओके सर। ਆਪਾਂ ਟੋਟਲ ਟੈਂਸ਼ਨ T ਕਹੀ ਨਾ ਬੇਟਾ, ਉਹਨੇ ਈਚ ਵਾਇਰ ਦੀ ਤਾਂ ਕਹੀ ਨਹੀਂ, ਆਪਾਂ ਤਾਂ ਟੋਟਲ ਹੀ ਕੱਢ ਕੇ ਦੇਣੀ ਕਿੰਨੀ ਆਈ ਹੈ। ਕਲੀਅਰ ਆ? यस सर। ਚਲੋ
जल्दी जल्दी जी कंप्लीट करो ते 18th दी स्टेटमेंट पढ़ लो, सौखा वा जल्दी हो जाएगा। आ जी टाइप करते पे हो तो अगे जाके जी टॉर्क वाली टाइप है ना, ये दोनों इंपॉर्टेंट है बेटा। इहदा न्यूमेरिकल कई बारी जिहड़ा वा वो बोर्ड च आ जांदा। चलो नेक्स्ट न्यूमेरिकल दी स्टेटमेंट। हाँ जी 18th सौखा वा पुत, उन्हें ये क्या, 2 पैरेलल वायर 1 मीटर अपार्ट, ठीक है, 2 पैरेलल वायर 1 मीटर अपार्ट कैरी करन 1 एम्पीयर 3 एम्पीयर रिस्पेक्टिवली इन ओपोजिट डायरेक्शन, ठीक है। कैलकुलेट द फोर्स पर यूनिट लेंथ, कैलकुलेट द फोर्स पर यूनिट लेंथ एक्टिंग बिटवीन दीज वायर। की करना बच्चे, ਆਪਾਂ ਕਿਹੜਾ ਫਾਰਮੂਲਾ ਲਵਾਂ? F is equal to mu naught by 4 pi I1 I2 by R वाला अपना आप डायरेक्ट फार्मूला ਜਿਹੜਾ ਉਸ न्यूमेरिकल ਚ ਲੱਗ ਜਾਣਾ। ਹੋ ਜੂ ਇਹ न्यूमेरिकल? yes sir Yes. देखो ਜਿਹੜਾ ਸਿੱਧਾ ਹੈਗਾ ਉਹ ਆਪਾਂ ਇੱਥੇ ਬਹੁਤਾ ਟਾਈਮ ਨਹੀਂ ਲਾਵਾਂਗੇ, ਯਾਨੀ 18th न्यूमेरिकल ਦੇ ਅੰਦਰ ਤੁਸੀਂ f ਕੱਢਦੇ ਪਏ ਜਿਹਦਾ ਫਾਰਮੂਲਾ ਆਪਣੇ ਕੋਲ mu naught by 4 pi 2 I1 I2 by R, ਤੇ ਇਹਦੇ ਵੇਰੀਏਬਲ ਸਿੱਧੇ ਸਿੱਧੇ ਆਪਣੇ ਕੁਐਸਚਨ ਚ ਹੈਗੇ ਆ, ਉਹ ਸੋਲਵ ਕਰ ਦਾਂਗੇ। 19th हैगा a conductor of length 2 meter carry current 2 ampere is held parallel to infinitely long conductor carrying current 10 ampere at a distance of 100 millimeter। ਆਹੀ ਸੇਮ ਫਿਗਰ ਫੇ ਲੈ ਲਓ। ਆਪਣੇ ਕੋਲ ਪਹਿਲਾ ਕੰਡਕਟਰ ਆ, ਠੀਕ ਹੈ ਜੀ, ਐਸਐਚ ਇਹਦੇ ਵਿੱਚ ਉਹਨੇ ਦੱਸ ਦਿੱਤਾ ਤੁਹਾਡੇ ਕੋਲ ਜਿਹੜਾ ਇਹਨੂੰ 2 ਮੀਟਰ ਦੀ ਲੈਂਥ ਲੈ ਲੈਣੇ। ਫਸਟ ਕੰਡਕਟਰ ਦੀ 2 ਐਂਪੀਅਰ ਕਰੰਟ ਆ, ਇਹਦੀ ਲੈਂਥ ਗਿਵਨ ਆ, ਇਹਦਾ ਕਰੰਟ ਗਿਵਨ ਆ, ਤੇ ਇਹਦੇ ਤੋਂ ਦੂਜਾ ਕੰਡਕਟਰ ਜਿਹੜਾ ਵਾ ਉਹਦਾ ਗੈਪ ਦੇ ਦਿੱਤਾ ਉਹਨੇ 100 ਮਿਲੀਮੀਟਰ ਆ, ਤੇ ਸੈਕਿੰਡ ਕੰਡਕਟਰ ਚੋਂ ਕਰੰਟ 10 ਐਂਪੀਅਰ ਆ। ਫਾਈਂਡ ਦਾ ਫੋਰਸ ਔਨ ਸਮਾਲਰ ਕੰਡਕਟਰ। ਉਹਨੇ ਕਿਤੇ ਫੋਰਸ ਪਰ ਯੂਨਿਟ ਲੈਂਥ ਨਹੀਂ ਕਿਹਾ, ਉਹਨੇ ਫੋਰਸ ਪਰ ਯੂਨਿਟ ਲੈਂਥ ਨਹੀਂ ਕਿਹਾ। ਆਪਾਂ ਫੋਰਸ ਔਨ ਸਮਾਲ ਕੰਡਕਟਰ ਕੱਢਣੀ ਆ, ਸਿਰਫ ਕੀ ਚੇਂਜ ਲੈ ਕੇ ਆਵਾਂਗਾ, लेंथ ਦੇ ਨਾਲ ਸੇ ਮਲਟੀਪਲਾਈ ਕਰਨਾ। ਬਿਲकुल ਉਹਨੇ ਕਿਹਾ ਜੀ ਫੋਰਸ ਪਰ ਯੂਨਿਟ ਲੈਂਥ ਜੇ ਲਿਖੀਏ, ठीक है, फोर्स पर यूनिट लेंथ इज गिवन बाय आ फार्मूला लवा ते अपने कोल f दी वैल्यू जिन्हों ਅਸੀਂ ਕਹਿੰਦੇ ਪਏ फोर्स पर यूनिट लेंथ आ, ਇਹਦੀ ਵੈल्यू mu naught by 4 pi 2 I1 I2 by R। ਇਹ ਯੂਨਿਟ ਲੈਂਥ ਦੀ ਫੋਰਸ ਕੱਢਦਾ ਪਿਆ, ਤੇ ਮੈਨੂੰ ਉਹਨੇ ਕਿਹਾ ਕਿ ਕੰਪਲੀਟ ਕੰਡਕਟਰ ਦੇ ਕੱਢਣੀ ਆ। ਇਹਦਾ ਮਤਲਬ ਆਪਣੇ ਕੋਲ ਫਿਰ ਫੋਰਸ ਔਨ smaller conductor, force on smaller conductor is given by ਉਹਨੂੰ small f ਲਿਖ ਦਿੰਨੇ, ਤੇ ਜਿਹੜੀ ਯੂਨਿਟ ਲੈਂਥ ਦੀ ਫੋਰਸ ਆਈ ਆ ਆਪਣੇ ਕੋਲ ਇਨਟੂ ਇਹਨੂੰ ਲੈਂਥ ਆਫ ਸਮਾਲਰ ਕੰਡਕਟਰ ਕਰ ਦਿਓ, ਤੇ ਤੁਹਾਡੇ ਕੋਲ ਟੋਟਲ ਫੋਰਸ ਜਿਹੜੀ ਔਨ ਸਮਾਲ ਕੰਡਕਟਰ ਆ ਜਾਏਗੀ। ਕੀ ਕਲੀਅਰ ਹੋਈ ਹੈ ਗੱਲ? ਇੱਥੇ ਹੀ ਗਲਤੀ ਹੋਣੀ ਆ, ਆਈ ਚੀਜ਼ ਧਿਆਨ ਨਾਲ ਨੋਟ ਕਰਨ ਵਾਲੀ ਹੈਗੀ। ਕਲੀਅਰ ਹੈ ਗੱਲ? yes sir Yes, sir. ਚਲੋ ਨੈਕਸਟ 20th ਦੀ ਸਟੇਟਮੈਂਟ ਇੱਕ ਵਾਰੀ ਤੁਸੀਂ ਪੜੋ, ਮੈਂ ਉਹਦੀ ਫਿਗਰ ਬਣਾਉਣਾ ਬੇਟਾ ਉਹਦੇ ਵਿੱਚ। 20 ਦੇ ਅੰਦਰ ਉਹਨੇ ਆਪਣੇ ਕੋਲ ਇੱਕ ਰੈਕਟੈਂਗਲ ਦੇ ਦਿੱਤੀ, और ਇਹਦੇ ਤੋਂ ਕੁਝ ਡਿਸਟੈਂਸ ਤੇ ਇੱਕ ਸੈਕਿੰਡ ਕੰਡਕਟਰ ਹੈਗਾ। ਇਸ ਕੰਡਕਟਰ ਚੋਂ ਕਰੰਟ ਜਿਹੜਾ ਵਾ ਉਹਨੇ ਕਿਹਾ 25 ਐਂਪੀਅਰ ਆ, ਤੇ ਜਿਹੜਾ ਪਹਿਲਾ ਕੰਡਕਟਰ ਆ ਇਹਦੇ ਵਿੱਚੋਂ ਕਰੰਟ ਜਿਹੜਾ ਉਹ 15 ਐਂਪੀਅਰ ਗਿਵਨ ਆ। ਜਿਹੜਾ ਕੰਡਕਟਰ ਗਿਵਨ ਆ ਜੀ ਉਹਦੀ ਲੈਂਥ ਗਿਵਨ ਆ 10 ਸੈਂਟੀਮੀਟਰ ਔਨ ਦਿਸ ਸਾਈਡ, ਔਰ ਇਸ ਸਾਈਡ ਤੇ ਉਹਦੀ ਲੈਂਥ ਗਿਵਨ ਆ 25 ਸੈਂਟੀਮੀਟਰ। क्लियर है फिगर? yes sir चलो आ गया वा, आ मान लो XY कंडक्टर आ गया, ठीक है। हुन पुत ओने क्या अपने कोल किया क्वेश्चन च, गिवन फिगर शो a rectangular current carrying loop placed 2 cm away, यानी आ गैप जेड़ा वा ਇਹਦੇ ਤੋਂ 2 cm गिवन, ठीक है। 2 सेंटीमीटर का गैप हैगा दो कंडक्टर च। कहना जी फ्रॉम ए लॉन्ग स्ट्रेट करंट कैरिंग कंडक्टर
what is the direction and magnitude of net force acting on the कहना जी loop, इस लूप ਦੇ ਉੱਤੇ net force ਕਿੰਨੀ ਲੱਗੇਗੀ ਇਸ current carrying conductor ਦੇ ਕਰਕੇ। ਕੀ ਸੋਚਾਂ ਕਿਦਾਂ ਕਰਾਂ ਇਸ क्वेश्चन ਨੂੰ? सर जो रेक्टेंगल की दो AD साइड है और BC साइड है उसका ही इफेक्ट पड़ेगा और वो हम निकाल सकते हैं फोर्स बिटवीन टू पैरेलल कंडक्टर की मदद से। चलो तेरी गल मान भी लवा, AB और CD क्यों नहीं कंसीडर करांगे? हिमांशु सर वो दोनों ऑपोजिट है तो वो कट जाएंगे, वैसे भी कोई फर्क नहीं पड़ेगा। नहीं इना चीज ਦਾ करंट ऑपोजिट ही आ एदा ते। सर वो तो कैंसिल होगा पर हमें BC एंड YX का निकालना है एंड AD और YX का निकालना है, तो उनके बीच में डिस्टेंस अलग है तो वो पूरा नहीं कटेगा। बिल्कुल ठीक, बिल्कुल ठीक बेटा। ਇਹ ਚ ਪੁੱਤ ਇਸ ਨੁਮੈਰੀਕਲ ਚ ਇੱਕ ਚੀਜ਼ ਧਿਆਨ ਚ ਰੱਖ ਲਿਓ, ਮੈਂ ਇਸ ਮੂਵਮੈਂਟ ਤੇ ਜੇ ਆ 4 ਆਰਮਸ ਕੰਸੀਡਰ ਕਰਾਂ, ਹਰ ਆਰਮ ਤੇ ਫੋਰਸ ਲੱਗੀ ਆ। ਇਸ ਕੰਡਕਟਰ ਚ ਜਦੋਂ ਕਰੰਟ ਪਾਸ ਹੋਇਆ ਇਹਨੇ ਇਸ ਪੂਰੇ ਏਰੀਆ ਦੇ ਅੰਦਰ, ਅਸੀਂ ਕਹਿੰਦੇ ਜੀ ਇਹਦੇ ਅਰਾਊਂਡ ਕੰਸੈਂਟ੍ਰਿਕ ਸਰਕੂਲਰ ਪੈਟਰਨ ਚ ਮੈਗਨੈਟਿਕ ਫੀਲਡ ਆ ਗਿਆ। ਇਹਦਾ ਮਤਲਬ ਹੋ ਗਿਆ ਆ ਮੇਰਾ ਪੂਰੇ ਦਾ ਪੂਰਾ ਰੈਕਟੈਂਗੂਲਰ ਲੂਪ ਜਿਹੜਾ ਵਾ ਉਹ ਇਸ ਕੰਡਕਟਰ ਦੇ ਮੈਗਨੈਟਿਕ ਫੀਲਡ ਦੇ ਇਨਫਲੂਐਂਸ ਆ। ਤੇ ਅਸੀਂ ਉੱਪਰ ਇੱਕ ਟੌਪਿਕ ਪੜਿਆ F = BIL sin θ, ਉਹ ਇਹ ਕਹਿੰਦਾ ਪਿਆ ਕਿ ਜਦੋਂ ਕਿਸੇ ਕਰੰਟ ਕੈਰਿੰਗ ਵਾਇਰ ਚ ਕਰੰਟ ਪਾਸ ਹੁੰਦਾ ਔਰ ਇਹ ਵਾਇਰ ਐਸ ਸੱਚ ਇਹਦੇ ਮੈਗਨੈਟਿਕ ਫੀਲਡ ਦੇ ਇਨਫਲੂਐਂਸ ਪਈ ਆ, ਤੇ ਇਸ ਵੇਲੇ ਇਸ ਵਾਇਰ ਦੇ ਉੱਤੇ ਫੋਰਸ ਲੱਗੀ, ਇਹਦੇ ਤੇ ਵੀ ਲੱਗੀ, ਇਹਦੇ ਤੇ ਵੀ ਲੱਗੀ, ਇਹਦੇ ਤੇ ਵੀ ਲੱਗੀ। ਤੇ ਅਸੀਂ ਜਦੋਂ 4 ਫੋਰਸਿਸ ਗਿਣਦੇ ਉਹਨਾਂ ਚੋਂ 2 ਕੈਨਸਲ ਕਰਦੇ ਪਏ ਆ। ਕੈਨਸਲ ਇਸ ਕਰਕੇ ਹੋਈਆਂ, ਇਸ ਕੰਡਕਟਰ ਦਾ ਮੈਂ ਕੋਈ ਵੀ ਪੁਆਇੰਟ ਲੈ ਲਾਂ, ਜੇ ਇਸ ਕੰਡਕਟਰ ਦਾ ਕੋਈ ਵੀ ਪੁਆਇੰਟ ਲਵਾਂ ਨਾ ਉਹ ਇਸ ਕੰਡਕਟਰ ਤੋਂ 2 ਸੈਂਟੀਮੀਟਰ ਤੇ ਹੀ ਆ। ਤੇ ਜੇ ਮੈਂ ਕਹਾਂ ਜੀ ਆਹ ਕੰਡਕਟਰ ਮੈਂ ਲਵਾਂ ਤੇ ਜਦੋਂ ਇਸ ਕੰਡਕਟਰ ਦੇ ਮੈਂ ਆਹ ਪੁਆਇੰਟ ਜਿੱਦਾਂ ਮਾਰਕ ਕੀਤਾ ਵਾ ਇਹਦੇ ਤੋਂ ਮੰਨ ਲਓ ਜੀ ਇਹ ਮੇਰੇ ਕੋਲ ਜਿਹੜਾ ਐਸ ਕੁਝ ਇੱਕ ਡਿਸਟੈਂਸ ਤੇ ਆ ਗਿਆ, ਐਗਜ਼ੈਕਟਲੀ ਇਹਦੇ ਆਪੋਜ਼ਿਟ ਇਸ ਥਾਂ ਤੇ ਵੀ ਮੈਂ ਸਿਮੈਟ੍ਰਿਕਲੀ ਪੁਆਇੰਟ ਮਾਰਕ ਕਰਾਂਗਾ, ਇਹ ਵੀ ਇਸ ਕੰਡਕਟਰ ਤੋਂ ਉਨੇ ਡਿਸਟੈਂਸ ਤੇ ਲਵਾਂਗਾ। Yes, sir. Yes, sir. ਇਹ ਵਾਲੀ ਜੋ ਦੱਸਦਾ ਪਿਆ Yes, sir. ਬੇਟਾ ਰਿਸਪੌਂਸ ਘੱਟ ਗਿਆ ਬੱਚੇ। Yes, sir. 5 ਮਿੰਟ ਦਾ ਕੰਮ Yes, sir. ਥੋੜਾ ਮਜ਼ੇ, ਠੀਕ ਹੈ, ਥੋੜਾ ਮਜ਼ੇ ਨਾ ਕਰੋ ਨੂਮੈਰਿਕਸ। ਹੁਣ ਜੇ ਮੈਂ ਇਸ ਕੰਡਕਟਰ ਤੇ ਪੁਆਇੰਟ ਮਾਰਕ ਕਰਾਂ ਤੇ ਆ ਦੋਨੋਂ ਦੇ ਦੋਨੋਂ ਪੋਜੀਸ਼ਨਸ ਜਿਹੜੀਆਂ ਨੇ ਇਸ ਕੰਡਕਟਰ ਤੋਂ ਜਦੋਂ ਇਕੁਅਲ ਡਿਸਟੈਂਸ ਤੇ ਮਾਰਕ ਕਰਕੇ ਚੱਲਾਂਗਾ ਤੇ ਬੱਚੇ ਇਹਦੀ ਜਿਹੜੀ ਮੈਗਨੈਟਿਕ ਫੋਰਸ ਆਣੀ ਆ, ਮੈਂ ਇੱਕ ਚੀਜ਼ ਦੱਸਣ ਲੱਗਿਆ ਦੁਬਾਰਾ ਤੋਂ, ਸ਼ਾਇਦ ਕਈਆਂ ਨੂੰ ਪਹਿਲਾਂ ਤੋਂ ਪਤਾ ਵੀ ਹੋਏਗਾ, ਜਦੋਂ ਆ ਵਾਇਰ ਚੋਂ ਕਰੰਟ ਪਾਸ ਕਰਾਂਗਾ ਇਹਦਾ ਮੈਂ ਇੱਥੇ ਮੈਗਨੈਟਿਕ ਫੀਲਡ ਕੱਢਣਾ, ਰਾਈਟ ਹੈਂਡ ਥੰਬ ਰੂਲ ਸੀਗਾ। ਇਧਰੋਂ ਆ ਆਈਡੀਅਲ ਬਣ ਗਿਆ, ਇਹ ਚ ਆਈਡੀਅਲ ਤੇ ਪੁਆਇੰਟ ਦੇ ਇਸ ਸਾਈਡ ਤੇ ਆ, ਤੇ ਆਈਡੀਅਲ ਤੋਂ ਜਦੋਂ ਮੈਂ ਆਰ ਵੱਲ ਆਨਾ ਪਿਆ ਤੇ ਆ ਫੋਰਸ ਐਸ ਵੇਲੇ ਇੱਥੇ ਜਿਹੜਾ ਮੈਗਨੈਟਿਕ ਫੀਲਡ ਹੋਏਗਾ ਉਹ ਆਊਟਵਰਡ ਲੱਗੂਗਾ। Yes, sir. ਇਹਦੇ ਤੇ ਵੀ Yes, sir. ਮੈਗਨੈਟਿਕ ਫੀਲਡ ਇਸ ਵਾਇਰ ਦਾ ਇਸ ਸਾਰੀ ਥਾਂ ਤੇ ਆਊਟਵਰਡ ਨਿਕਲਦਾ ਪਿਆ। ਹੁਣ ਜਿਹੜਾ ਮੈਗਨੈਟਿਕ ਫੀਲਡ ਆ ਉਹ ਆਊਟਵਰਡ ਨਿਕਲਦਾ ਪਿਆ, ਜਿਹੜੀ ਆ ਮੇਰੀ ਵਾਇਰ ਆ ਇਹਨੂੰ ਇਦਾਂ ਬਣਾ ਲਓ, ਇਸ ਵਾਇਰ ਚ ਕਰੰਟ ਇਧਰ ਨੂੰ ਜਾਂਦਾ ਪਿਆ, ਜਦੋਂ ਇਸ ਵਾਇਰ ਚ ਕਰੰਟ ਇੱਧਰ ਜਾ ਰਿਹਾ ਤੇ ਮੈਗਨੈਟਿਕ ਫੀਲਡ ਇਧਰੋਂ ਆਊਟਵਰਡ ਆਂਦਾ ਪਿਆ। ਬੇਟਾ ਆ ਚੀਜ਼ ਸਮਝਣ ਦੀ ਕੋਸ਼ਿਸ਼ ਕਰਿਓ, ਇਸ ਪੁਆਇੰਟ ਤੇ ਜਿਹੜਾ ਕਰੰਟ ਕੈਰਿੰਗ ਕੰਡਕਟਰ AB ਆ ਉਹ ਚ ਕਰੰਟ ਇਸ ਸਾਈਡ ਨੂੰ ਜਾ ਰਿਹਾ A to B, ਮੈਗਨੈਟਿਕ ਫੀਲਡ ਆਊਟਵਰਡ ਆ ਰਿਹਾ ਤੇ ਇਸ ਵਾਇਰ ਤੇ ਜਿਹੜੀ ਫੋਰਸ ਆ ਉਹ ਇਧਰ ਨੂੰ ਥੱਲੇ ਨੂੰ ਨਿਕਲਦੀ ਪਈ। Yes, sir. Yes, sir. Yes, sir. ਚੀਜ਼ ਇੱਥੇ ਲਾਵਾਂ ਤੇ ਦੇਖੋ ਕੀ ਫਰਕ ਪੈਣ ਲੱਗਿਆ, ਮੈਗਨੈਟਿਕ ਫੀਲਡ ਇੱਥੇ ਰੱਖਣਾ ਪਰ ਕਰੰਟ ਨੂੰ ਇੱਧਰ ਲਿਜਾਣਾ, ਮਤਲਬ ਆ ਹੱਥ ਮੈਂ ਇਦਾਂ ਘੁਮਾਵਾਂਗਾ, ਉਂਗਲਾਂ ਘੁਮਾਣੀਆਂ ਪੈਣੀਆਂ, ਆ ਮੈਂ ਇਹਨੂੰ ਇਦਾਂ ਘੁਮਾਉਂਗਾ, ਮੈਗਨੈਟਿਕ ਫੀਲਡ ਹੁਣ ਵੀ ਆਊਟਵਰਡ ਆ ਪਰ ਕਰੰਟ ਜਿਹੜਾ ਵਾ ਉਹ ਮੇਰੇ ਕੋਲ ਇਸ ਵੇਲੇ ਜਿਹੜਾ ਕਰੰਟ ਆ ਉਹ C ਤੋਂ D ਵੱਲ ਆਂਦਾ ਪਿਆ। Yes, sir. ਤੇ ਇਸ ਵਾਇਰ ਤੇ ਜਿਹੜੀ ਫੋਰਸ ਆ ਜੇ ਉਸ ਵਾਇਰ ਤੇ ਫੋਰਸ ਥੱਲੇ ਨੂੰ ਆਈ ਸੀ ਤੇ ਇਸ ਵਾਇਰ ਤੇ ਫੋਰਸ ਉੱਪਰ ਨੂੰ ਆ ਗਈ। Yes, sir. Yes, sir. ਵਾਇਰਸ ਤੇ ਜੇ ਮੈਂ ਇੱਥੇ ਕਹਾਂ ਜਿਹੜੀਆਂ ਆ ਦੋ ਫੋਰਸਿਸ ਆਈਆਂ, ਇਹ ਦੋਨੋਂ ਵਾਇਰ ਦੇ ਉੱਤੇ ਫੋਰਸਿਸ ਆਪਸ ਵਿੱਚ ਇਕੁਅਲ ਵੀ ਆ, ਆਪੋਜ਼ਿਟ ਵੀ ਆ, ਤੇ ਇਹ ਐਸ ਸੱਚ ਇੱਕ ਦੂਜੇ ਨਾਲ ਕੈਨਸਲ ਹੋ ਜਾਣਗੀਆਂ। Yes, sir. Yes, sir. ਸਾਰਿਆਂ ਨੂੰ ਸਮਝ ਲੱਗੀ? Yes, sir. sir. ਚਲੋ Yes, sir. ਜਿਨ੍ਹਾਂ ਦੀ ਕਲਾਸ ਹੈਗੀ ਆ 1 ਮਿੰਟ ਸਿਰਫ ਦੇ ਦਿਓ, ਆਪਾਂ ਇਹਨੂੰ ਖਤਮ ਕਰ ਰਹੇ। ਤੇ ਜਦੋਂ ਹੁਣ ਮੈਂ ਇਸ ਵਾਇਰ ਤੇ ਇਸ ਵਾਇਰ ਦੀ ਗੱਲ ਕਰਾਂਗਾ
ਤੇ ਪੁੱਤ ਉਹ ਚ ਫਰਕ ਸਿਰਫ ਇਹ ਆ ਨਾ, ਇਸ ਵਾਇਰ BC ਤੇ ਜਦੋਂ ਫੋਰਸ ਕੱਢਣੀ ਆ ਹਨਾ, ਤੇ ਜਿਹੜੀ ਇੱਥੇ ਫੋਰਸ ਕੱਢਾਂਗਾ F = μ0/4 ਪਾਈ 2I1 I2 / R। ਇੱਕ ਵਾਰੀ R 2 ਸੈਂਟੀਮੀਟਰ ਆ, ਤੇ ਇਸ ਕੰਡਕਟਰ ਤੋਂ ਜਦੋਂ ਮੈਂ ਇੱਥੇ ਤੱਕ ਚੱਲਣਾ 2I1 I2 / R, ਤੇ ਉਦੋਂ R ਮੇਰਾ 12 ਸੈਂਟੀਮੀਟਰ ਆ, ਤੇ ਇੱਕ ਦੀ ਫੋਰਸ ਜੇ ਆਊਟਵਰਡ ਇੱਕ ਦੀ ਇਨਵਰਡ ਹੋਈ ਤੇ ਇਹ ਫੋਰਸਿਸ ਆਪਸ ਚ ਮਾਈਨਸ ਹੋ ਜਾਣਗੀਆਂ। Yes, sir. Yes, sir. ਇੱਥੇ ਛੱਡ ਰਿਹਾ, ਜੇ ਇਹ ਇੱਕ ਵਾਰੀ ਕਲੀਅਰ ਕਰਕੇ ਦੇਖਿਓ, ਜੇ ਨਹੀਂ ਹੋਇਆ ਆਪਾਂ ਕੱਲ ਇੱਕ ਵਾਰੀ ਇਹਦੀ ਦੁਬਾਰਾ ਡਿਸਕਸ਼ਨ ਕਰ ਲਾਂਗੇ। ਓਕੇ ਜੀ, Okay, sir. Okay, Okay, sir. sir. Okay, sir. Thank you, sir. Thank you, sir. Thank you, sir. Thank you, sir. ਖੁਸ਼ ਰਹੋ ਬੇਟਾ।